ਬੈਠਾ ਹਾਂ ਜੀ, ਕਹਿੰਦੇ ਜੀ। ਚਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਕਲਾਸ ਵਿੱਚ। ਤਾਂ ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਸੁਖਮਨੀ ਸਾਹਿਬ ਜੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਸੁਖਮਨੀ ਸਾਹਿਬ ਜੀ ਦਾ ਕੇਂਦਰੀ ਭਾਵ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। ਨਾਮ ਦਾ ਮਤਲਬ ਰੱਬ ਦਾ ਹੁਕਮ। ਜੋ ਰੱਬ ਦਾ ਉਹ ਸਾਰੇ ਸੁੱਖਾਂ ਦੀ ਮਣੀ ਹੈ, ਯਾਨੀ ਸਾਰੇ ਸੁੱਖਾਂ ਦਾ ਮੂਲ ਹੈ। ਪਿਆਰੇ ਉਸ ਰੱਬੀ ਹੁਕਮ ਨੂੰ ਦਿਲੋਂ ਪਿਆਰ ਕਰਦੇ ਨੇ, ਆਪਣੇ ਦਿਲ ਵਿੱਚ ਵਸਾਉਂਦੇ ਨੇ, ਮਨ ਬਚਨ ਔਰ ਕਰਮ ਕਰਕੇ ਰੱਬੀ ਹੁਕਮ ਦੇ ਅੰਦਰ ਤੁਰਦੇ ਨੇ। ਜੋ ਇਨਸਾਨ ਰੱਬੀ ਰਜ਼ਾ ਭਾਣੇ ਹੁਕਮ ਦੇ ਅੰਦਰ ਤੁਰੇਗਾ, ਉਸ ਇਨਸਾਨ ਦੀ ਜ਼ਿੰਦਗੀ ਦੇ ਅੰਦਰ ਸੁਖ, ਸ਼ਾਂਤੀ, ਆਨੰਦ, ਖੇੜਾ ਔਰ ਪ੍ਰਸੰਨਤਾ ਆਏਗੀ। ਤਾਂ ਆਓ ਅਗਲੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਬ੍ਰਹਮ ਗਿਆਨੀ ਏਕ ਉਪਰ ਆਸ। ਬ੍ਰਹਮ ਗਿਆਨੀ ਦਾ ਮਤਲਬ ਜੋ ਬ੍ਰਹਮ ਨੂੰ ਜਾਣਨ ਵਾਲਾ ਹੈ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਈ। ਉਹ ਇਨਸਾਨ ਜਿਸ ਦੇ ਮਨ ਵਿੱਚ ਵੀ ਸੱਚ ਹੈ, ਜਿਸ ਦੇ ਮੁਖ ਵਿੱਚ ਵੀ ਸੱਚ ਹੈ ਔਰ ਜਿਸ ਦੇ ਨਜ਼ਰੀਏ ਵਿੱਚ ਵੀ ਸੱਚ ਹੈ, यानी जो मन बचन और कर्म करके सच्चा हो गया है, सचियार हो गया है, वो केवल एक अकाल पुरख ते आस रखता है, आसरा ओदा लैंदा है। केवल एक अकाल पुरख दा आसरा, मनुख दा नहीं। मानुख की टेक बिरथी सब जान। आसरा रब दा, रब्बी गुणां दा। और यह चीज समझण वाली है कि साडी जिंदगी वास्ते जिस चीज का असी सहारा लवांगे, साडा जीवन उस तरह का बन जाएगा। कुछ लोग ने जिन्हां ने क्रोध का, लोभ का, मोह का सहारा लिया हुआ है, यानी इन्हां औगणां दे उत्ते उन्हां दा जीवन उसर रहा है। उन्हां दे जीवन विच दुख, अशांति आ जाएगी। और जिन्हां ने रब का सहारा लिया है, रब्बी गुणां दा, सच का, संतोख का, दया धर्म का, ਉਹਨਾਂ ਦਾ ਜੀਵਨ ਇਹਨਾਂ ਗੁਣਾਂ ਦੇ ਉੱਤੇ ਉਸਰੇਗਾ। ਉਹਨਾਂ ਦੇ ਜੀਵਨ ਵਿੱਚ ਸੁਖ ਸ਼ਾਂਤੀ ਆਏਗੀ। ਇਸ ਲਈ ਜੋ ਸਚਿਆਰ ਪੁਰਸ਼ ਹੈ, ਰੱਬ ਨੂੰ ਜਾਣਨ ਵਾਲਾ ਹੈ, ਉਹਦੀ ਆਸ ਇੱਕ ਰੱਬ ਤੇ ਹੈ। ਰੱਬੀ ਹੁਕਮ ਦੇ ਅੰਦਰ ਉਹ ਜ਼ਿੰਦਗੀ ਜਿੰਦਾ ਹੈ, ਰੱਬੀ ਗੁਣਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਂਦਾ ਹੈ। ब्रह्म ज्ञानी का नहीं विनाश। विनाश का मतलब विनाश। ब्रह्म ज्ञानी मतलब जिस ਦੇ ਮਨ ਵਿੱਚ ਵੀ ਸੱਚ ਹੈ, ਮੁਖ ਵਿੱਚ ਵੀ ਸੱਚ ਹੈ, ਜਿਹਦਾ ਵਿਹਾਰ ਵੀ ਸੱਚਾ ਹੈ, ਯਾਨੀ ਜੋ ਸਚਿਆਰ ਪੁਰਸ਼ ਹੈ, ਉਹਦੇ ਆਤਮਿਕ ਜੀਵਨ ਦਾ ਕਦੇ ਵਿਨਾਸ਼ ਨਹੀਂ ਹੁੰਦਾ, ਉਹਦੀ ਕਦੇ ਮੌਤ ਨਹੀਂ ਹੁੰਦੀ। ਇਹਦਾ ਮਤਲਬ ਇਹ ਨਹੀਂ ਕਿ ਰੱਬ ਦੇ ਨਾਲ ਮਿਲਿਆ ਬੰਦਾ ਸਰੀਰਕ ਤੌਰ ਤੇ ਨਹੀਂ ਮਰਦਾ, ਐਸਾ ਨਹੀਂ। ਉਹਦੀ ਆਤਮਿਕ ਮੌਤ ਨਹੀਂ ਹੁੰਦੀ, ਮਤਲਬ ਉਹਦੀ ਜ਼ਮੀਰ ਨਹੀਂ ਮਰਦੀ। ਉਹ ਕੋਈ ਵੀ ਐਸਾ ਕਰਮ ਨਹੀਂ ਕਰਦਾ ਜੋ ਸੱਚ ਤੋਂ ਪਰੇ ਦਾ ਹੁੰਦਾ ਹੈ, ਵਿਕਾਰਾਂ ਦੇ ਵਿੱਚ ਉਹ ਖਚਿਤ ਨਹੀਂ ਹੁੰਦਾ। ਕਿਉਂਕਿ ਜਦੋਂ ਮਨੁੱਖ ਵਿਕਾਰ ਕਮਾਉਂਦਾ ਹੈ ਤਾਂ ਅਸਲ ਦੇ ਅੰਦਰ ਉਹਦੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ। ਸਪੋਜ਼ ਕੋਈ ਚੋਰੀ ਕਰਦਾ ਹੈ ਤਾਂ ਜਿਉਂਦੀ ਜ਼ਮੀਰ ਵਾਲਾ ਬੰਦਾ ਚੋਰੀ ਨਹੀਂ ਕਰੇਗਾ, ਅੰਦਰੋਂ ਇਨਸਾਨੀਅਤ ਮਰੇਗੀ ਤਾਂ ਹੀ ਬੰਦਾ ਚੋਰੀ ਕਰੇਗਾ ਨਾ। ਤਾਂ ਇਸ ਤਰ੍ਹਾਂ ਜੋ ਸਚਿਆਰ ਪੁਰਸ਼ ਹੈ, ਉਹਦਾ ਆਤਮਿਕ ਜੀਵਨ ਦਾ ਕਦੇ ਵਿਨਾਸ਼ ਨਹੀਂ ਹੁੰਦਾ, ਉਹ ਆਤਮਿਕ ਮੌਤੇ ਨਹੀਂ ਮਰਦਾ। ब्रह्म ज्ञानी के गरीबी समाहा। समाहा का मतलब समाई हुंदी है। ब्रह्म ज्ञानी कह दा मतलब कि ब्रह्म नूं जानन वाले दे मन अंदर। समाहा का मतलब समाई हुई है, टिकी हुई है। ते गरीबी का मतलब आर्थिक गरीबी नहीं, पैसे वाली नहीं। गरीबी का मतलब है निम्रता। जो सचियार पुरुष है, उस मनुख दे मन अंदर निम्रता है। ਉਹਦੇ ਅੰਦਰ ਨਾ ਤਾਂ ਇਨਫੀਰੀਓਰਿਟੀ ਕੰਪਲੈਕਸ ਹੈ ਔਰ ਨਾ ਸੁਪਰੀਓਰਿਟੀ ਕੰਪਲੈਕਸ ਹੈ। ਨਾ ਤੇ ਉਹਦੇ ਅੰਦਰ ਹੀਨ ਭਾਵਨਾ ਹੈ ਕਿ ਮੈਂ ਕੁਝ ਵੀ ਨਹੀਂ ਕਰ ਸਕਦਾ, ਤੇ ਨਾ ਉਹਦੇ ਮਨ ਵਿੱਚ ਇਹ ਭਾਵਨਾ ਹੈ ਕਿ ਸਭ ਕੁਝ ਮੈਂ ਹੀ ਹਾਂ। ਉਹਦੀ ਜ਼ਿੰਦਗੀ ਦੇ ਅੰਦਰ ਨਿਮਰਤਾ ਹੈ। ਜਿਸ ਦੇ ਨਾਲ ਵੀ ਮਿਲਦਾ ਹੈ ਉਹ ਨਿਮਰਤਾ ਦੇ ਨਾਲ ਮਿਲਦਾ ਹੈ। ਤੇ ਯਾਦ ਰੱਖਣਾ, ਸਾਰੇ ਗੁਣ, ਚੰਗਿਆਈਆਂ, ਤੱਤ
ਉੱਥੇ ਆ ਜਾਂਦੇ ਨੇ ਜਿੱਥੇ ਨਿਮਰਤਾ ਹੁੰਦੀ ਹੈ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਨਿਮਰਤਾ ਵਾਲਾ ਇਨਸਾਨ ਕਿਸੇ ਤੋਂ ਕੁਝ ਨਵਾਂ ਸਿੱਖ ਸਕਦਾ ਹੈ। ਨਿਮਰਤਾ ਦਾ ਧਾਰਨੀ ਬੰਦਾ ਕਦੇ ਵੀ ਕਿਸੇ ਦੀਆਂ ਸ਼ੁਭ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਂਦਾ। ਨਿਮਰਤਾ ਵਾਲਾ ਇਨਸਾਨ ਕਦੇ ਕਿਸੇ ਦੂਜੇ ਨੂੰ ਨੀਵਾਂ ਵਿਖਾਉਣ ਦਾ ਯਤਨ ਨਹੀਂ ਕਰਦਾ। ਇਸ ਲਈ ਜ਼ਰੂਰਤ ਹੈ ਜ਼ਿੰਦਗੀ ਦੇ ਵਿੱਚ ਨਿਮਰਤਾ ਹੋਵੇ। ਅਸੀਂ ਜਦੋਂ ਬੋਲਣਾ ਹੀ ਹੈ ਇੱਕ ਦੂਜੇ ਦੇ ਨਾਲ, ਤਾਂ ਨਿਮਰਤਾ ਦੇ ਨਾਲ, ਪਿਆਰ ਦੇ ਨਾਲ ਬੋਲ ਲਈਏ ਤਾਂ ਸਾਡੀ ਜ਼ਿੰਦਗੀ ਬਦਲ ਹੈ। ਇਸ ਤਰ੍ਹਾਂ ਜੋ ਰੱਬ ਦਾ ਪਿਆਰਾ ਹੈ, ਸਚਿਆਰ ਪੁਰਸ਼ ਹੈ, ਉਹਦੇ ਮਨ ਦੇ ਅੰਦਰ ਗਰੀਬੀ, ਉਹਦੇ ਮਨ ਦੇ ਅੰਦਰ ਨਿਮਰਤਾ ਸਮਾਈ ਰਹਿੰਦੀ ਹੈ। ਉਹ ਨਿਮਰਤਾ ਵਿੱਚ ਆਪਣਾ ਵਿਹਾਰ ਢਾਲਦਾ ਹੈ। ਬ੍ਰਹਮ ਗਿਆਨੀ ਪਰਉਪਕਾਰ ਉਮਾਹਾ। ਉਮਾਹ ਦਾ ਮਤਲਬ ਉਤਸ਼ਾਹ, ਚਾਅ। ਜੋ ਰੱਬ ਦਾ ਪਿਆਰਾ ਹੈ, ਰੱਬ ਨੂੰ ਜਾਣਨ ਵਾਲਾ ਹੈ, ਸਚਿਆਰ ਪੁਰਸ਼ ਹੈ, ਉਹਦੇ ਮਨ ਦੇ ਅੰਦਰ ਪਰ ਉਪਕਾਰ ਦਾ ਉਤਸ਼ਾਹ ਹੁੰਦਾ ਹੈ, ਉਮੰਗ ਹੁੰਦੀ ਹੈ, ਉਹਨੂੰ ਚਾਅ ਚੜ੍ਹਦਾ ਹੈ ਦੂਜੇ ਕਿਸੇ ਦਾ ਭਲਾ ਕਰਕੇ, ਦੂਜੇ ਦਾ ਭਲਾ ਕਰਕੇ, ਦੂਜੇ ਦਾ ਸਹਿਯੋਗ ਕਰਕੇ ਉਹਨੂੰ ਚਾਅ ਚੜ੍ਹਦਾ ਹੈ। ਉਹਦੀ ਜ਼ਿੰਦਗੀ ਦੇ ਅੰਦਰ ਚਾਅ ਹੁੰਦਾ ਹੈ, ਉਤਸ਼ਾਹ ਹੁੰਦਾ ਹੈ, ਉਮੰਗ ਹੁੰਦੀ ਹੈ। ਬੜੇ ਚਾਅ ਦੇ ਨਾਲ ਉਹ ਕਿਸੇ ਦੂਜੇ ਦਾ ਸਹਿਯੋਗ ਕਰਦਾ ਹੈ। ਜੇ ਕੋਈ ਮਾਨਸਿਕ ਤੌਰ ਤੇ ਪਿੱਛੇ ਹੈ ਤਾਂ ਉਹਨੂੰ ਜ਼ਰੂਰਤ ਹੈ ਨਾ ਕਿ ਉਹਦੇ ਨਾਲ ਕੋਈ ਪਿਆਰ ਕਰੇ, ਪਿਆਰ ਵਾਲਾ ਵਤੀਰਾ ਕਰੇ, ਤੇ ਉਹ ਮਾਨਸਿਕ ਰੋਗਾਂ ਚੋਂ ਬਾਹਰ ਆ ਸਕਦਾ ਹੈ। ਜੇ ਕੋਈ ਦਿਮਾਗੀ ਤੌਰ ਤੇ ਪਿੱਛੇ ਹੈ ਤਾਂ ਉਹਦਾ ਕੋਈ ਉਤਸ਼ਾਹ ਕਰੇ, ਉਤਸ਼ਾਹ ਦੇ ਨਾਲ, ਪਿਆਰ ਦੇ ਨਾਲ ਉਹਦਾ ਸਹਿਯੋਗ ਕਰੇ, ਤਾਂ ਹੌਲੇ ਹੌਲੇ ਉਹ ਬੰਦਾ ਵੀ ਹੁਸ਼ਿਆਰ ਹੋ ਸਕਦਾ ਹੈ। ਕੋਈ ਬੱਚਾ ਪੜ੍ਹਾਈ ਵਿੱਚ ਪਿੱਛੇ ਰਹਿ ਗਿਆ, ਕੋਈ ਸਰੀਰਕ ਤੌਰ ਤੇ ਡਿਸੇਬਲ ਹੈ, ਉਹਦਾ ਸਹਿਯੋਗ ਕੀਤਾ ਜਾਏ। ਕੋਈ ਆਰਥਿਕ ਤੌਰ ਤੇ ਪਿੱਛੇ ਹੈ ਤਾਂ ਉਹਨੂੰ ਕੋਈ ਕੰਮ ਲੱਭ ਕੇ ਦਿੱਤਾ ਜਾਏ, ਜਾਂ ਆਰਥਿਕ ਜਿਵੇਂ ਵੀ ਉਹਦੀ ਇਮਦਾਦ ਹੋ ਸਕਦੀ ਹੈ, ਧਾਰਮਿਕ ਤੌਰ ਤੇ, ਸਮਾਜਿਕ ਤੌਰ ਤੇ। ਕਹਿਣ ਤੋਂ ਭਾਵ ਜੋ ਬੰਦਾ ਪਛੜ ਗਿਆ ਕਿਸੇ ਵੀ ਢੰਗ ਦੇ ਨਾਲ, ਉਹਨੂੰ ਅੱਗੇ ਲਿਆਉਣ ਦਾ ਯਤਨ ਕੀਤਾ ਜਾਏ, ਜਿਸ ਕਰਕੇ ਰੋਟੀ, ਕੱਪੜੇ, ਮਕਾਨ ਦੀ ਹਰ ਇੱਕ ਦੀ ਜ਼ਰੂਰਤ ਪੂਰੀ ਹੋ ਸਕੇ, ਜਿਸ ਕਰਕੇ ਹਰ ਇਨਸਾਨ ਇੱਜ਼ਤ, ਮਾਣ, ਸਤਿਕਾਰ ਵਾਲੀ ਜ਼ਿੰਦਗੀ ਜੀ ਸਕੇ। ਤਾਂ ਇੱਕ ਦੂਜੇ ਨੂੰ ਦੂਜੇ ਦਾ ਸਹਿਯੋਗ ਕਰਨ ਦੀ ਲੋੜ ਹੈ। ਰੱਬ ਦਾ ਪਿਆਰਾ ਸਚਿਆਰ ਪੁਰਸ਼ ਉਹੀ ਹੈ ਜਿਸ ਦੀ ਜ਼ਿੰਦਗੀ ਦੇ ਅੰਦਰ ਪਰ ਉਪਕਾਰ ਦੀ ਭਾਵਨਾ ਹੈ। ਤੇ ਯਾਦ ਰੱਖਣਾ, ਜਿਵੇਂ ਮੈਂ ਪਹਿਲਾਂ ਵੀ ਕਈ ਵਾਰ ਬੇਨਤੀ ਕੀਤੀ ਹੈ, ਇਹ ਜੋ ਪਰ ਉਪਕਾਰ ਹੈ ਨਾ, ਇਹ ਇਕੱਲਾ ਕੇਵਲ ਪੈਸੇ ਦੇ ਨਾਲ ਹੀ ਪਰ ਉਪਕਾਰ ਨਹੀਂ ਹੈ। ਅਸੀਂ ਪਰ ਉਪਕਾਰ ਕਈ ਢੰਗਾਂ ਦੇ ਨਾਲ ਕਰ ਸਕਦੇ ਹਾਂ। ਜਿਵੇਂ ਮੈਂ ਬੇਨਤੀ ਕੀਤੀ ਸੀ, ਜੇ ਕੋਈ ਕੰਪਿਊਟਰ ਬਾਰੇ ਜਾਣਕਾਰੀ ਰੱਖਦਾ ਹੈ ਤਾਂ ਦੂਜੇ ਨੂੰ ਕੰਪਿਊਟਰ ਦੀ ਦੇ ਦੇਵੇ। ਕੋਈ ਸਬਜ਼ੀ ਭਾਜੀ ਬਣਾਉਣ ਦੀ ਜਾਣਕਾਰੀ ਰੱਖਦਾ ਹੈ, ਉਸਨੂੰ ਉਹ ਸਿਖਾ ਦੇਵੇ। ਕਹਿਣ ਦਾ ਮਤਲਬ ਨਿੱਕੇ ਨਿੱਕੇ ਕੰਮ, ਜੇ ਕੋਈ ਇੰਗਲਿਸ਼ ਜਾਣਦਾ ਹੈ ਤਾਂ ਜਿਹੜਾ ਨਹੀਂ ਜਾਣਦਾ ਉਹਨੂੰ ਇੰਗਲਿਸ਼ ਸਿਖਾ ਦੇਵੇ। ਕੋਈ ਪੰਜਾਬੀ ਜਾਣਦਾ ਤਾਂ ਦੂਜੇ ਨੂੰ ਪੰਜਾਬੀ ਸਿਖਾ ਦੇਵੇ। ਕਹਿਣ ਤੋਂ ਭਾਵ ਜੋ ਵੀ ਕਿਸੇ ਦਾ ਕੋਈ ਸਹਿਯੋਗ ਕਰ ਸਕਦਾ ਹੈ, ਦੂਜੇ ਦਾ ਸਹਿਯੋਗ ਕਰੇ। ਜਿਸ ਦਿਨ ਸਾਡੇ ਅੰਦਰ ਇੱਕ ਦੂਜੇ ਦੇ ਸਹਿਯੋਗ ਦੀਆਂ ਭਾਵਨਾਵਾਂ ਆ ਜਾਣਗੀਆਂ, ਉਸ ਦਿਨ ਸਾਡਾ ਇਹ ਸੰਸਾਰ ਔਰ ਸਮਾਜ ਔਰ ਸਾਡਾ ਜੀਵਨ ਬਦਲਣਾ ਸ਼ੁਰੂ ਹੋ ਜਾਏਗਾ। ਬ੍ਰਹਮ ਗਿਆਨੀ ਕਹਿ ਨਾ ਹੀ ਧੰਦਾ। ਧੰਦਾ ਦਾ ਮਤਲਬ ਜੰਜਾਲ। ਜੋ ਸਚਿਆਰ ਪੁਰਸ਼ ਹੈ ਉਹਦੇ ਮਨ ਅੰਦਰ ਮਾਇਆ ਦਾ ਜੰਜਾਲ ਨਹੀਂ ਹੈ। ਦੇਖੋ, ਕੰਮ ਹੈ ਨਾ, ਕੰਮ ਅਸੀਂ ਜੋ ਰੋਜ਼ ਕਰਦੇ ਹਾਂ, ਇਹ ਕੰਮ ਕਿਰਤ ਵੀ ਬਣ ਸਕਦਾ ਹੈ ਔਰ ਇਹ ਕੰਮ ਜੰਜਾਲ ਵੀ ਬਣ ਸਕਦਾ ਹੈ, ਧੰਦਾ ਵੀ ਬਣ ਸਕਦਾ ਹੈ। ਇਸ ਲਈ ਗੁਰਦੇਵ ਨੇ ਕਿਰਤ ਨੂੰ ਧਰਮ ਦਾ ਪੌੜੀਆਂ ਦੇ ਵਿੱਚ ਪਹਿਲੀ ਪੌੜੀ ਰੱਖਿਆ ਹੈ। ਕਿਰਤ ਨੂੰ ਧਰਮ ਦਾ ਅੰਗ ਮੰਨਿਆ ਹੈ। ਜਦੋਂ ਅਸੀਂ ਸੱਚ ਨੂੰ ਆਧਾਰ ਬਣਾ ਕੇ ਕੋਈ ਕਰਮ ਕਰਦੇ ਹਾਂ, ਜੇ ਕਿਸੇ ਕਰਮ ਦਾ ਬੇਸ ਸੱਚ ਹੈ, ਨਿਸ਼ਕਾਮ ਭਾਵਨਾ ਨਾਲ ਕੀਤਾ ਜਾ ਰਿਹਾ ਹੈ, ਸੱਚ ਨੂੰ ਬੇਸ ਬਣਾ ਕੇ ਕੀਤਾ ਜਾ ਰਿਹਾ ਹੈ, ਤਾਂ ਉਹ ਕਰਮ ਕਿਰਤ ਬਣ ਜਾਂਦਾ ਹੈ, ਉਹ ਕਰਮ ਹੀ ਭਗਤੀ ਬਣ ਜਾਂਦਾ ਹੈ। ਤੇ ਜਦੋਂ ਕੋਈ ਕਰਮ ਝੂਠ ਜਾਂ ਲਾਲਚ ਨੂੰ ਬੇਸ ਬਣਾ ਕੇ ਕੀਤਾ ਜਾਂਦਾ ਹੈ ਨਾ, 2 ਨੰਬਰ ਦੇ ਨਾਲ, ਉਦੋਂ ਉਹ ਕੰਮ ਜੰਜਾਲ ਬਣ ਜਾਂਦਾ ਹੈ, ਉਹ ਕੰਮ ਹੀ ਧੰਦਾ ਬਣ ਜਾਂਦਾ ਹੈ, ਉਹ ਹੀ ਜੀਵਨ ਵਾਸਤੇ ਬੰਧਨ ਬਣ ਜਾਂਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੋ ਰੱਬ ਨੂੰ ਜਾਣਨ ਵਾਲਾ ਹੈ, ਜੋ ਸਚਿਆਰ ਪੁਰਸ਼ ਹੈ,
ਜਿਸ ਦੇ ਮਨ ਵਿੱਚ ਵੀ, ਮੁਖ ਵਿੱਚ ਵੀ, ਨਜ਼ਰਾਂ ਵਿੱਚ ਵੀ ਸੱਚ ਹੈ, ਉਹਦੇ ਮਨ ਦੇ ਅੰਦਰ ਮਾਇਆ ਦੇ ਜੰਜਾਲ ਨਹੀਂ ਹਨ। ਉਹ ਕਿਸੇ ਕੰਮ ਦੇ ਬੇਸ ਨੂੰ ਝੂਠ ਔਰ ਫਰੇਬ ਨਹੀਂ ਬਣਾਉਂਦਾ, ਸਗੋਂ ਉਹਦਾ ਹਰ ਕਰਮ ਸੱਚ ਨੂੰ ਆਧਾਰ ਬਣਾ ਕੇ ਕੀਤਾ ਜਾਂਦਾ ਹੈ। ਉਹਦਾ ਹਰ ਕਰਮ ਕਿਰਤ ਹੁੰਦਾ ਹੈ। ਬ੍ਰਹਮ ਗਿਆਨੀ ਲੈ ਧਾਵਤ ਬੰਧਾ, ਲੈ ਦਾ ਮਤਲਬ ਲੈ ਕੇ, ਕਾਬੂ ਕਰਕੇ, ਬੰਧਾ ਦਾ ਮਤਲਬ ਰੋਕ ਲੈਂਦਾ ਹੈ, ਬੰਨ ਕੇ ਰੱਖਦਾ ਹੈ। ਧਾਵਤ ਦਾ ਮਤਲਬ ਦੌੜਦੇ ਹੋਏ ਨੂੰ। ਜੋ ਸਚਿਆਰ ਪੁਰਸ਼ ਹੈ ਉਹ ਆਪਣੇ ਭਟਕਦੇ ਮਨ ਨੂੰ ਬੰਨ ਲੈਂਦਾ ਹੈ। ਲੈ ਧਾਵਤ ਬੰਧਾ ਦਾ ਮਤਲਬ ਦੌੜਦੇ ਹੋਏ ਮਨ ਨੂੰ ਬੰਨ ਲੈਂਦਾ ਹੈ, ਰੋਕ ਲੈਂਦਾ ਹੈ। ਉਹਦਾ ਵਿਕਾਰਾਂ ਵੱਲ ਦੌੜਦਾ ਹੋਇਆ ਮਨ ਫਿਰ ਦੌੜਦਾ ਨਹੀਂ, ਰੋਕਦਾ ਹੈ। ਉਹੀ ਰੱਬ ਦੇ ਨਾਲ ਸਾਂਝ ਪਾਏਗਾ। ਜਿਹਦੀ ਰੱਬ ਦੇ ਨਾਲ ਸਾਂਝ ਪਈ ਹੈ ਉਹਦਾ ਮਨ ਵਿਕਾਰਾਂ ਵੱਲ ਨਹੀਂ ਦੌੜੇਗਾ। ਮਨ ਅੰਦਰ ਮਾੜੇ ਫੁਰਨੇ ਨਹੀਂ ਫੁਰਨਗੇ। ਦੇਖੋ, ਸਾਡੇ ਮਨ ਦੇ ਅੰਦਰ ਵਿਚਾਰ ਆਉਣੇ ਹੀ ਆਉਣੇ ਨੇ। ਚਾਹੇ ਤੇ ਮੈਂ ਇਹ ਸੋਚਾਂ ਕਿ ਮੈਂ ਝੂਠ ਬੋਲਾਂ, ਵਿਕਾਰ ਕਮਾਵਾਂ, ਚਾਹੇ ਮੈਂ ਇਹ ਸੋਚਾਂ ਕਿ ਮੈਂ ਸੱਚ ਬੋਲਾਂ ਔਰ ਚੰਗੇ ਕਰਮ ਕਰਾਂ, ਵਿਚਾਰ ਤਾਂ ਆਉਣੇ ਹੀ ਆਉਣੇ ਨੇ। ਮਨ ਨੇ ਕਿਸੇ ਨਾ ਕਿਸੇ ਪਾਸੇ ਜਾਣਾ ਹੈ, ਕਿਉਂਕਿ ਮਨ ਹੈ ਹੀ ਵਿਚਾਰਾਂ ਦੀ ਸੰਗ੍ਰਹਿ ਸ਼ਕਤੀ। ਇਸ ਲਈ ਜੋ ਸਚਿਆਰ ਪੁਰਸ਼ ਹੈ ਉਹ ਇਨਸਾਨ ਆਪਣੇ ਮਨ ਨੂੰ ਵਿਕਾਰਾਂ ਵੱਲ ਦੌੜਨ ਤੋਂ ਰੋਕ ਲੈਂਦਾ ਹੈ। ਲਾਲਚ ਵੱਲ, ਲੋਭ ਵੱਲ, ਮੇਰ ਤੇਰ ਵੱਲ ਉਹਦਾ ਮਨ ਨਹੀਂ ਦੌੜਦਾ, ਸਗੋਂ ਸਤ, ਸੰਤੋਖ, ਦਇਆ, ਧਰਮ ਆਦਿਕ ਦੇ ਵਿਚਾਰ ਹੀ ਉਹਦੇ ਮਨ ਦੇ ਅੰਦਰੋਂ ਪੈਦਾ ਹੁੰਦੇ ਨੇ। ਸੱਚ ਦੇ ਉੱਤੇ ਉਹ ਆਪਣੇ ਮਨ ਨੂੰ ਟਿਕਾ ਕੇ ਰੱਖਦਾ ਹੈ। ਤੇ ਜਦੋਂ ਸੱਚ ਦੇ ਨਾਲ ਮਨ ਟਿਕ ਜਾਏ, ਸੱਚ ਤੇ ਸਥਿਰ ਹੋ ਜਾਏ, ਮਨ ਵਿਕਾਰਾਂ ਵੱਲ ਨਾ ਦੌੜੇ, ਤਾਂ ਜੀਵਨ ਦੇ ਅੰਦਰ ਸੁਖ ਆ ਜਾਏਗਾ। ਜੀਵਨ ਅੰਦਰ ਜੋ ਕਲ ਕਲੇਸ਼ ਨੇ ਉਹ ਮੁੱਕ ਜਾਣਗੇ, ਕਿਉਂਕਿ ਕਲ ਕਲੇਸ਼ ਸਾਡੇ ਹੈ ਹੀ ਵਿਕਾਰਾਂ ਕਰਕੇ ਸਨ। ਤੇ ਜਦੋਂ ਵਿਕਾਰਾਂ ਵੱਲ ਖਿਆਲ ਹੀ ਨਹੀਂ ਜਾਣਾ, ਵਿਕਾਰਾਂ ਵਾਲਾ ਫੁਰਨਾ ਵੀ ਅੰਦਰ ਪੈਦਾ ਨਹੀਂ ਹੋਣਾ, ਤਾਂ ਦੁੱਖਾਂ ਦਾ ਵੀ ਫੁਰਨਾ ਪੈਦਾ ਨਹੀਂ ਹੋਏਗਾ। ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ, ਹੋਏ ਸੋ ਭਲਾ ਯਾਨੀ ਜੋ ਸਚਿਆਰ ਪੁਰਸ਼ ਹੈ, ਬ੍ਰਹਮ ਨੂੰ ਜਾਣਨ ਵਾਲਾ, ਜੋ ਕੁਝ ਪ੍ਰਭੂ ਵੱਲੋਂ ਹੁੰਦਾ ਹੈ ਉਹਨੂੰ ਉਹ ਭਲਾ ਸਮਝਦਾ ਹੈ ਕਿ ਜੋ ਕੁਝ ਵੀ ਹੋ ਰਿਹਾ ਹੈ ਉਹ ਭਲਾ ਹੋ ਰਿਹਾ ਹੈ। ਰੱਬ ਦੀ ਰਜ਼ਾ ਵਿੱਚ ਜੋ ਵੀ ਹੁੰਦਾ ਹੈ ਉਹ ਭਲਾ ਹੋ ਰਿਹਾ ਹੈ, ਬੁਰਾ ਨਹੀਂ ਹੋ ਰਿਹਾ। ਕਿਉਂਕਿ ਰੱਬੀ ਰਜ਼ਾ ਦੇ ਅੰਦਰ ਜੋ ਵੀ ਹੁੰਦਾ ਹੈ ਉਹ ਭਲਾ ਹੁੰਦਾ ਹੈ, ਚੰਗਾ ਹੁੰਦਾ ਹੈ, ਮਾੜਾ ਨਹੀਂ ਹੈ। ਇਹ ਸਾਡੇ ਆਪਣੇ ਵੇਖਣ ਦਾ ਨਜ਼ਰੀਆ ਹੈ, ਵੇਖਣ ਦਾ ਨਜ਼ਰੀਆ ਹੈ ਕਿ ਅਸੀਂ ਕਿਸ ਨਜ਼ਰੀਏ ਦੇ ਨਾਲ ਦੇਖਦੇ ਹਾਂ। ਜਦੋਂ ਅਸੀਂ ਸਮੁੱਚਤਾ ਦੇ ਆਧਾਰ ਤੇ ਵੇਖਾਂਗੇ ਨਾ ਪੂਰੇ ਜਗਤ ਨੂੰ, ਤਾਂ ਫਿਰ ਇੱਥੇ ਕੁਝ ਵੀ ਮਾੜਾ ਨਹੀਂ, ਫਿਰ ਇੱਥੇ ਹਰ ਚੰਗੀ ਔਰ ਭਲੀ ਹੈ। ਪਰ ਜਦੋਂ ਅਸੀਂ ਆਪਣੀ ਸੰਕੀਰਣ ਸੋਚ ਦੇ ਨਾਲ ਵੇਖਦੇ ਹਾਂ ਨਾ, ਛੋਟੀ ਸੋਚ ਨਾਲ, ਉਦੋਂ ਸਾਨੂੰ ਬਹੁਤ ਕੁਝ ਬੁਰਾ ਦਿਸਦਾ ਹੈ ਔਰ ਬੁਰਾ ਪ੍ਰਤੀਤ ਹੁੰਦਾ ਹੈ। ਜਿਵੇਂ ਮੈਂ ਪਹਿਲਾਂ ਤੁਹਾਨੂੰ ਇੱਕ ਨਿੱਕੀ ਜੀ ਕਹਾਣੀ ਸੁਣਾਈ ਸੀ ਕਿ ਕੋਈ ਬੰਦਾ ਬੋਹੜ ਦੇ ਪੇੜ ਥੱਲੇ ਸੁੱਤਾ ਸੀ ਨਾ, ਕੋਲ ਇੱਕ ਦਵਾਣਿਆਂ ਦਾ ਖੇਤ ਸੀ, 10-10 ਕਿਲੋ ਦੇ ਦਵਾਣੇ ਲੱਗੇ ਸਨ, ਤਰਬੂਜ। ਬੋਹੜ ਦੇ ਉੱਤੇ ਨਿੱਕੀਆਂ ਨਿੱਕੀਆਂ ਗੋਲਾਂ ਲੱਗੀਆਂ ਸਨ ਤੇ ਬੰਦਾ ਸੋਚ ਰਿਹਾ ਸੀ ਕਿ ਰੱਬਾ ਤੇਰੀ ਦੁਨੀਆ ਦੇ ਵਿੱਚ ਨਿਆਂ ਨਹੀਂ, ਆ ਭੈੜੀਆਂ ਭੈੜੀਆਂ ਵੱਲਾਂ ਨੇ ਨਿੱਕੀਆਂ ਨਿੱਕੀਆਂ, ਇਹਨਾਂ ਨੂੰ 10-10 ਕਿਲੋ ਦੇ ਦਵਾਣੇ ਲੱਗੇ ਨੇ ਤੇ ਏਡਾ ਵੱਡਾ ਬੋਹੜ, ਵੱਡੇ ਵੱਡੇ ਟਹਿਣੇ ਤੇ ਨਿੱਕੀਆਂ ਨਿੱਕੀਆਂ ਗੋਲਾਂ ਲੱਗੀਆਂ ਨੇ। ਕਿੰਨਾ ਚੰਗਾ ਹੁੰਦਾ ਵੀ ਦਵਾਣੇ ਬੋਹੜ ਦੇ ਨਾਲ ਲੱਗੇ ਹੁੰਦੇ, ਕਿੰਨੇ ਸੋਹਣੇ ਲੱਗਦੇ। ਤੇ ਜਿਹੜੇ ਗੋਲਾਂ ਨੇ ਉਹ ਵੱਲਾਂ ਨੂੰ ਲੱਗੀਆਂ ਹੁੰਦੀਆਂ। ਹਾਲੀ ਸੋਚ ਰਿਹਾ ਸੀ ਤੇ ਇੱਕ ਨਿੱਕੀ ਜੀ ਗੋਲ ਟੁੱਟ ਕੇ ਤੇ ਇਹਦੇ ਮੱਥੇ ਤੇ ਡਿੱਗੀ ਤੇ ਹੱਸਣ ਲੱਗ ਪਿਆ, ਕਹਿਣ ਲੱਗਾ ਰੱਬਾ ਸ਼ੁਕਰ ਹੈ ਵੀ ਦਵਾਣੇ ਨਹੀਂ ਲੱਗੇ, ਜੇ ਉੱਤੇ ਦਵਾਣਾ ਲੱਗਿਆ ਹੁੰਦਾ। ਤਾਂ ਸਾਡੀ ਸੰਕੀਰਣ ਸੋਚ ਹੈ ਨਾ, ਵੇਖਣ ਦਾ ਨਜ਼ਰੀਆ ਹੈ। ਇਸ ਲਈ ਜੋ ਰੱਬੀ ਰਜ਼ਾ ਦੇ ਅੰਦਰ ਹੋ ਰਿਹਾ ਹੈ ਉਹ ਸਭ ਕੁਝ ਭਲਾ ਹੋ ਰਿਹਾ ਹੈ। ਜੋ ਰੁੱਤਾਂ ਬਦਲ ਰਹੀਆਂ ਨੇ, ਗਰਮੀ ਹੈ, ਸਰਦੀ ਹੈ, ਬਰਸਾਤ ਹੈ, ਬਸੰਤ ਹੈ, ਦਿਨ ਨੇ, ਰਾਤ ਨੇ, ਇਹ ਸਾਰਾ ਸਿਸਟਮ ਦੇ ਅੰਦਰ ਬਿਲਕੁਲ ਸਹੀ ਵਰਤਾਰਾ ਵਰਤ ਰਿਹਾ ਹੈ। ਬ੍ਰਹਮ ਗਿਆਨੀ ਸੁਫਲ ਫਲਾ, ਸੁਫਲ ਦਾ ਮਤਲਬ ਚੰਗੇ ਫਲ ਵਾਲਾ ਹੋ ਕੇ, ਫਲਾ ਦਾ ਮਤਲਬ ਫਲਦਾ ਹੈ, ਯਾਨੀ ਕਾਮਯਾਬ ਹੁੰਦਾ ਹੈ। ਸਵਾਮੀ ਨੂੰ ਅਨੁਭਵ ਕਰਨ ਵਾਲਾ ਚੰਗੀ ਤਰ੍ਹਾਂ ਫਲਦਾ ਫੁੱਲਦਾ ਹੈ।
ਬ੍ਰਹਮ ਗਿਆਨੀ ਜੋ ਸੁਆਮੀ ਪ੍ਰਭੂ ਨੂੰ ਅਨੁਭਵ ਕਰਦਾ ਹੈ, ਜੋ ਸਚਿਆਰ ਪੁਰਸ਼ ਹੈ, ਜੋ ਜਰਰੇ ਜਰਰੇ ਵਿੱਚ ਰੱਬ ਨੂੰ ਵੇਖਦਾ ਹੈ, ਜੋ ਮਨ ਵਚਨ ਕਰਮ ਕਰਕੇ ਸੱਚਾ ਇਨਸਾਨ ਹੈ, ਉਹ ਜੀਵਨ ਦੇ ਅੰਦਰ ਚੰਗੀ ਤਰ੍ਹਾਂ ਕਾਮਯਾਬ ਹੋ ਜਾਂਦਾ ਹੈ। ਉਹਦੇ ਜੀਵਨ ਦੇ ਅੰਦਰ ਹਰ ਕਰਮ ਦਾ ਰਿਜ਼ਲਟ ਸੁਖ ਰੂਪ ਵਿੱਚ ਨਿਕਲਦਾ ਹੈ। ਉਹਦੇ ਹਰ ਕਰਮ ਦਾ ਫਲ ਚੰਗਾ ਹੁੰਦਾ ਹੈ। ਇਹਨੂੰ ਕਹਿੰਦੇ ਨੇ ਕਾਮਯਾਬ ਹੋਣਾ। ਹਰ ਕਰਮ ਦਾ ਫਲ ਚੰਗਾ ਹੋਵੇ, ਭਲਾ ਹੋਵੇ, ਤਾਂ ਸਮਝ ਲਓ ਅਸੀਂ ਸਫਲ ਹੋ ਗਏ। ਸੱਚ ਨੂੰ ਆਧਾਰ ਬਣਾ ਕੇ ਜ਼ਿੰਦਗੀ ਜੀਵੀ ਤੇ ਸਫਲ ਹੋ ਗਏ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਜੀਵਨ ਵਿੱਚ ਚੰਗੀ ਤਰ੍ਹਾਂ ਕਾਮਯਾਬ ਹੋ ਜਾਂਦਾ ਹੈ। ਸਰੀਰਕ, ਮਾਨਸਿਕ, ਬੌਧਿਕ, ਆਤਮਿਕ ਤੌਰ ਤੇ ਉਹ ਬੰਦਾ ਸੁਖੀ ਹੈ, ਸ਼ਾਂਤ ਹੈ। ਉਹਦੇ ਹਰ ਕਰਮ ਦੇ ਵਿੱਚੋਂ ਫਲ ਚੰਗਾ ਨਿਕਲ ਰਿਹਾ ਹੈ। ਦੇਖੋ ਅਸੀਂ ਰੋਜ਼ ਇਹ ਵਿਚਾਰਾਂ ਕਰਦੇ ਹਾਂ ਔਰ ਕਰਨੀਆਂ ਵੀ ਚਾਹੀਦੀਆਂ ਨੇ, ਕਿਉਂਕਿ ਲੋੜ ਹੈ ਨਾ ਸਾਨੂੰ। ਅਸੀਂ ਗ੍ਰਸਤੀ ਜ਼ਿੰਦਗੀ ਜੀ ਰਹੇ ਹਾਂ, ਅਸੀਂ ਵਿਆਹ ਸ਼ਾਦੀ ਕਰਾਈ ਹੈ, ਬੱਚਿਆਂ ਨੂੰ ਜਨਮ ਦਿੱਤਾ ਹੈ, ਘਰ-ਬਾਰ ਅਸੀਂ ਬਣਾਇਆ ਹੈ। ਕਾਹਦੇ ਵਾਸਤੇ? ਕਿ ਸਾਡੇ ਜੀਵਨ ਸੁੱਖ ਪੈਦਾ ਹੋਏ ਨਾ, ਸ਼ਾਂਤੀ ਦੇ ਨਾਲ ਅਸੀਂ ਪਿਆਰ ਨਾਲ ਪਰਿਵਾਰ ਵਿੱਚ ਰਹਿ ਸਕੀਏ, ਸੁੱਖ ਦੇ ਨਾਲ ਰਹਿ ਸਕੀਏ। ਤੇ ਜੇ ਸਾਡੇ ਪਰਿਵਾਰਕ ਜੀਵਨ ਵਿੱਚ ਸੁੱਖ ਨਹੀਂ ਪੈਦਾ ਹੋਇਆ ਤਾਂ ਇਹਦਾ ਮਤਲਬ ਉਹਦਾ ਫਲ ਨਹੀਂ ਨਾ ਮਿਲਿਆ ਸਾਨੂੰ। ਤਾਂ ਜੋ ਸਚਿਆਰ ਪੁਰਸ਼ ਹੈ, ਜੋ ਰੱਬ ਨੂੰ ਅਨੁਭਵ ਕਰਨ ਵਾਲਾ ਹੈ, ਉਹ ਜੀਵਨ ਵਿੱਚ ਚੰਗੀ ਤਰ੍ਹਾਂ ਕਾਮਯਾਬ ਹੁੰਦਾ ਹੈ, ਕਿਉਂਕਿ ਉਹਦਾ ਹਰ ਕੰਮ ਰੱਬੀ ਰਜ਼ਾ ਦੇ ਵਿੱਚ ਹੈ ਤੇ ਰੱਬੀ ਰਜ਼ਾ ਦੇ ਅੰਦਰ ਕੁਝ ਵੀ ਮਾੜਾ ਫਲ ਨਹੀਂ ਨਿਕਲਦਾ। ਬ੍ਰਹਮ ਗਿਆਨੀ ਸੰਗ ਸਗਲ ਉਧਾਰ। ਉਧਾਰ ਦਾ ਮਤਲਬ ਨਿਸਤਾਰਾ ਹੁੰਦਾ ਹੈ, ਸਗਲ ਦਾ ਮਤਲਬ ਸਾਰਿਆਂ ਦਾ, ਸੰਗ ਦਾ ਮਤਲਬ ਸੰਗਤ ਕਰਕੇ। ਜੋ ਸਚਿਆਰ ਪੁਰਸ਼ਾਂ ਦੀ ਸੰਗਤ ਕਰਦਾ ਹੈ, ਸਚਿਆਰ ਦੀ ਸੰਗਤ ਦੇ ਵਿੱਚ ਸੰਗਤ ਕਰਨ ਵਾਲੇ ਸਾਰਿਆਂ ਦਾ ਹੀ ਪਾਰ ਉਤਾਰਾ ਹੋ ਜਾਂਦਾ ਹੈ। ਹੁਣ ਦੇਖੋ, ਬ੍ਰਹਮ ਗਿਆਨੀ ਦਾ ਮਤਲਬ ਜਿਸ ਦੇ ਮਨ ਵਿੱਚ ਵੀ ਸੱਚ ਹੈ, ਮੁਖ ਵਿੱਚ ਵੀ ਸੱਚ ਹੈ, ਵਿਹਾਰ ਵਿੱਚ ਵੀ ਸੱਚ ਹੈ, ਜੋ ਸਚਿਆਰ ਪੁਰਸ਼ ਹੈ, ਜੋ ਰੱਬ ਨੂੰ ਅਨੁਭਵ ਕਰਨ ਵਾਲਾ ਹੈ। ਜੇ ਕੋਈ ਉਹਦੀ ਸੰਗਤ ਕਰੇ, ਉਹਦੀ ਸੰਗਤ ਕਰਨ ਦਾ ਮਤਲਬ ਕਿ ਜੇ ਉਹ ਵੀ ਮਨ ਵਚਨ ਕਰਮ ਕਰਕੇ ਸੱਚਾ ਹੋ ਜਾਏ ਤਾਂ ਉਹਦਾ ਵੀ ਉਧਾਰ ਹੋ ਜਾਏ, ਉਹਦਾ ਵੀ ਉਧਾਰ ਹੋ ਜਾਏਗਾ। ਇਹ ਨਹੀਂ ਕਿ ਕਿਸੇ ਦੇ ਜਾ ਕੇ ਬਾਬੇ ਦੇ ਦਰਸ਼ਨ ਕਰਾਵੇ ਤੇ ਉਧਾਰ ਹੋ ਜਾਏ। ਜੋ ਬ੍ਰਹਮ ਨੂੰ ਜਾਣਨ ਵਾਲਾ ਸਚਿਆਰ ਹੈ, ਜੇ ਅਸੀਂ ਵੀ ਉਹਦੀ ਸੰਗਤ ਕਰੀਏ, ਉਸ ਬੰਦੇ ਵਰਗੇ ਮਨ ਵਚਨ ਕਰਮ ਕਰਕੇ ਸੱਚੇ ਹੋ ਜਾਈਏ, ਤਾਂ ਸਾਡਾ ਵੀ ਉਧਾਰ ਹੋ ਜਾਏਗਾ, ਸਾਡਾ ਵੀ ਪਾਰ ਉਤਾਰਾ ਹੋ ਜਾਏਗਾ। ਅਸੀਂ ਵੀ ਦੁੱਖਾਂ ਤੋਂ ਬਚ ਜਾਵਾਂਗੇ। ਜੋ ਵੀ ਉਹਦੀ ਸੰਗਤ ਵਿੱਚ ਮਿਲੇਗਾ ਉਹਦਾ ਪਾਰ ਉਤਾਰਾ ਹੋ ਜਾਏਗਾ, ਯਾਨੀ ਉਹ ਵਿਕਾਰਾਂ ਤੋਂ ਬਚ ਜਾਏਗਾ, ਦੁੱਖਾਂ ਤੋਂ ਬਚ ਜਾਏਗਾ। ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਸਗਲ ਸੰਸਾਰ ਦਾ ਮਤਲਬ ਜੋ ਸਾਰੇ ਸੰਸਾਰ ਵਿੱਚ ਸਮਾਇਆ ਹੋਇਆ ਹੈ। ਤਾਂ ਬ੍ਰਹਮ ਗਿਆਨੀ ਦਾ ਮਤਲਬ ਸਚਿਆਰ ਪੁਰਸ਼, ਰੱਬ ਨੂੰ ਅਨੁਭਵ ਕਰਨ ਵਾਲਾ। ਜੋ ਰੱਬ ਨੂੰ ਅਨੁਭਵ ਕਰਦਾ ਹੈ, ਜਪੈ ਦਾ ਮਤਲਬ ਜਾਣ ਲੈਂਦਾ ਹੈ, ਸਮਝ ਲੈਂਦਾ ਹੈ, ਉਸਨੂੰ ਗਿਆਨ ਮਿਲਦਾ ਹੈ। ਜੋ ਉਸ ਦੀ ਸੰਗਤ ਕਰੇਗਾ ਉਹਨੂੰ ਵੀ ਰੱਬ ਬਾਰੇ ਜਾਣਕਾਰੀ ਮਿਲੇਗੀ, ਉਹਨੂੰ ਵੀ ਸਮਝ ਆਏਗੀ, ਕਿਉਂਕਿ ਉਹਦੀ ਸੰਗਤ ਤੋਂ ਸਾਨੂੰ ਵੀ ਗੁਣ ਮਿਲਣਗੇ ਨਾ। ਤੇ ਬ੍ਰਹਮ ਨੂੰ ਜਾਣਨ ਵਾਲਾ ਬੰਦਾ ਉਸ ਪ੍ਰਭੂ ਨੂੰ ਜਾਣ ਰਿਹਾ ਹੈ ਜੋ ਸਾਰੇ ਸੰਸਾਰ ਦੇ ਅੰਦਰ ਸਮਾਇਆ ਹੋਇਆ ਹੈ। ਸਾਰਾ ਸੰਸਾਰ ਹੀ ਉਸ ਸਚਿਆਰ ਪੁਰਸ਼ ਦੀ ਸੰਗਤ ਕਰਕੇ ਰੱਬ ਨੂੰ ਜਾਣਨ ਲੱਗਦਾ ਹੈ। ਭਾਵ ਕਿ ਉਹਦੇ ਤੋਂ ਜਿਹੜਾ ਵੀ ਸੰਗਤ ਕਰੇਗਾ ਸਚਿਆਰ ਪੁਰਸ਼ ਦੀ, ਉਹ ਉਸ ਨੂੰ ਜਾਣ ਲਵੇਗਾ। ਜਿਵੇਂ ਅਸੀਂ ਗੁਰਦੁਆਰਾ ਸਾਹਿਬ ਹੁਣ ਸੰਗਤ ਕਰਦੇ ਹਾਂ ਤੇ ਸੰਗਤ ਵਿੱਚ ਅਸੀਂ ਬਾਣੀ ਪੜਾਂਗੇ, ਸੁਣਾਂਗੇ, ਗੁਰਬਾਣੀ ਅਨੁਸਾਰ ਵਿਚਾਰ ਕਰਾਂਗੇ, ਤਾਂ ਸਾਨੂੰ ਵੀ ਸਮਝ ਆਏਗੀ। ਇਸ ਲਈ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਸੰਗਤ ਕਰਨ ਦਾ ਉਪਦੇਸ਼ ਕੀਤਾ ਹੈ ਕਿ ਅਸੀਂ ਗੁਰਦੁਆਰਾ ਸਾਹਿਬ ਜਾਈਏ, ਬਾਣੀ ਪੜ੍ਹੀਏ, ਸੁਣੀਏ, ਵਿਚਾਰੀਏ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੀਏ। ਜੇ ਗੁਰਦੁਆਰਾ ਸਾਹਿਬ ਸਾਡੇ ਤੋਂ ਮੰਨ ਲਓ ਦੂਰ ਹੈ, ਅਸੀਂ ਰੋਜ਼ ਨਹੀਂ ਜਾ ਸਕਦੇ, ਜਾਂ ਜੌਬ ਤੇ ਜਾ ਰਹੇ ਹਾਂ, ਜਾਂ ਕਿਸ ਤਰ੍ਹਾਂ ਵੀ ਜੇ ਕੋਈ ਮਜਬੂਰੀ ਹੈ, ਤਾਂ ਅਸੀਂ ਘੱਟ ਤੋਂ ਘੱਟ ਘਰ ਦੇ ਅੰਦਰ, ਕਿਉਂਕਿ ਬੱਚੇ ਸਾਡੇ ਸਕੂਲ ਜਾ ਰਹੇ ਨੇ ਤਾਂ ਸੈਚਰਡੇ ਸੰਡੇ ਹੀ ਉਹਨਾਂ ਨੂੰ ਛੁੱਟੀ ਹੁੰਦੀ ਹੈ, ਤਾਂ ਬਾਕੀ ਜੋ ਦਿਨ ਨੇ 5-7 ਮਿੰਟ ਕੱਢ ਲਓ, ਜ਼ਿਆਦਾ ਨਹੀਂ ਤਾਂ 5-4 ਮਿੰਟ ਤਾਂ ਕੋਈ ਬਹੁਤਾ ਨਹੀਂ ਸਮਝਣਾ। ਬੱਚਿਆਂ ਨੂੰ ਕੋਲ ਬਿਠਾ ਲਓ ਤੇ ਗੁਰਬਾਣੀ ਦੇ ਇੱਕ ਸ਼ਬਦ ਦਾ ਮੀਨਿੰਗ ਸਮਝਾ ਦਿਓ ਬੱਚਿਆਂ ਨੂੰ।
कि बच्चों ਅਸੀਂ 5 ਮਿੰਟ ਬਹਿਣਾ ਹੈ, ਜ਼ਿਆਦਾ ਦੇਰ ਨਹੀਂ, ਸਿਰਫ 5 ਮਿੰਟ ਇੱਕ ਸ਼ਬਦ ਦਾ ਮੀਨਿੰਗ ਅਸਾਂ ਪੜ੍ਹ ਕੇ ਤੇ ਉੱਠ ਜਾਣਾ ਹੈ। ਇੰਨੇ ਕੁ ਵਾਸਤੇ ਬੱਚੇ ਮੰਨ ਜਾਣਗੇ। ਤੇ ਜੇ ਸਿਰਫ ਉਹ ਇੱਕ ਸ਼ਬਦ ਦਾ ਮੀਨਿੰਗ ਰੋਜ਼ ਸੁਣਨਾ ਸ਼ੁਰੂ ਕਰ ਦੇਣਾ, ਹੌਲੇ ਹੌਲੇ ਆਦਤ ਪੈ ਜਾਏਗੀ ਤੇ ਠੀਕ 6 ਮਹੀਨੇ ਦੇ ਅੰਦਰ ਪਰਿਵਾਰ ਦੀ ਬਾਹਰਲੀ ਇਕਸਾਰਤਾ ਔਰ ਅੰਦਰਲੀ ਇਕਸੁਰਤਾ ਬਣ ਜਾਏਗੀ। ਇਸ ਰਾਸਤੇ ਦੇ ਨੂੰ ਬੱਚੇ ਅਪਣਾ ਲੈਣਗੇ, ਅਸੀਂ ਅਪਣਾ ਲਵਾਂਗੇ। ਤਾਂ ਜਿਹੜਾ ਵੀ ਸੰਗਤ ਕਰੇਗਾ ਉਹ ਵੀ ਜਪੇਗਾ ਦਾ ਮਤਲਬ ਜਾਣੇਗਾ, ਸਮਝੇਗਾ, ਉਹ ਵੀ ਇਸ ਚੀਜ਼ ਨੂੰ ਅਪਣਾ ਲਵੇਗਾ। ਬ੍ਰਹਮ ਗਿਆਨੀ ਕਹਿ ਏਕੈ ਰੰਗ, ਏਕੈ ਦਾ ਮਤਲਬ ਇੱਕ ਦਾ, ਰੰਗ ਦਾ ਮਤਲਬ ਹੈ ਪਿਆਰ। ਬ੍ਰਹਮ ਗਿਆਨੀ ਕਹਿ ਦਾ ਮਤਲਬ ਕਿ ਰੱਬ ਨੂੰ ਜੋ ਜਾਣਨ ਵਾਲਾ ਹੈ ਉਹਦੇ ਅੰਦਰ ਸਿਰਫ ਇੱਕ ਦਾ ਪਿਆਰ ਵਸਦਾ ਹੈ, ਇੱਕ ਰੱਬ ਦਾ ਪ੍ਰੇਮ ਹੈ। ਤੇ ਜਿਸ ਦੇ ਅੰਦਰ ਇੱਕ ਦਾ ਪ੍ਰੇਮ ਹੋਏਗਾ ਨਾ, ਉਹ ਆਪ ਵੀ ਅੰਦਰੋਂ ਬਾਹਰੋਂ ਇੱਕ ਹੋਏਗਾ ਤੇ ਉਹ ਸਾਰਿਆਂ ਦੇ ਅੰਦਰ ਇੱਕ ਨੂੰ ਵੇਖੇਗਾ। ਉਹਨੂੰ ਸਮਝ ਹੈ ਨਾ ਇੱਕ ਓੰਕਾਰ ਕਿ ਇੱਕ ਹੀ ਸਮਾਇਆ ਹੋਇਆ ਹੈ, ਇੱਕ ਹੀ ਪਸਰਿਆ ਹੋਇਆ ਹੈ, ਇੱਕੋ ਤੋਂ ਸਾਰਾ ਜਗਤ ਪੈਦਾ ਹੋਇਆ ਹੈ, ਇੱਕ ਨੂਰ ਤੋਂ ਪੈਦਾ ਹੋਇਆ ਹੈ, ਇੱਕ ਦੇ ਸਾਰੇ ਬੰਦੇ ਨੇ, ਇੱਕ ਪਿਤਾ ਇਕਸ ਕੇ ਹਮ ਬਾਰਿਕ ਹਾਂ। ਤਾਂ ਉਹਦੇ ਅੰਦਰ ਇੱਕ ਦਾ ਪਿਆਰ ਹੁੰਦਾ ਹੈ। ਉਹ ਅੰਬੜੀਆਂ ਕਬਰਾਂ ਤੇ ਦੂਜੇ ਇਹਨਾਂ ਕਰਮ ਕਾਂਡਾਂ ਵਿੱਚ ਵਿਸ਼ਵਾਸ ਨਹੀਂ ਰੱਖਦਾ। ਉਹ ਹਰ ਇਨਸਾਨ ਦੇ ਅੰਦਰ ਵਸਦੇ ਰੱਬ ਨੂੰ ਵੇਖਦਾ ਹੈ, ਹਰ ਇੱਕ ਦੇ ਨਾਲ ਉਹ ਇੱਕ ਜੈਸਾ ਪਿਆਰ ਕਰਦਾ ਹੈ। ਰੱਬੀ ਗੁਣਾਂ ਦਾ ਉਹਦੇ ਅੰਦਰ ਪਿਆਰ ਹੈ। ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ, ਜੋ ਸਚਿਆਰ ਪੁਰਸ਼ ਹੈ ਰੱਬ ਉਹਦੇ ਨਾਲ ਵਸਦਾ ਹੈ, ਅੰਗ ਸੰਗ ਹੈ ਉਹਦੇ, ਰੱਬ ਨੂੰ ਅੰਗ ਸੰਗ ਜਾਣਦਾ ਹੈ। ਹੁਣ ਦੇਖੋ ਰੱਬ ਹੈ ਤਾਂ ਸਾਡੇ ਵੀ ਨਾਲ ਹਰ ਥਾਂ ਤੇ ਹੈ ਨਾ, ਤਾਂ ਰੱਬ ਤੋਂ ਦੂਰ ਤਾਂ ਅਸੀਂ ਕਦੇ ਜਾ ਹੀ ਨਹੀਂ ਸਕਦੇ ਕਿਉਂਕਿ ਉਹ ਜਲਥਲ ਮਹੀਲ ਪੂਰਿਆ। ਪਰ ਅਸੀਂ ਰੱਬ ਦੇ ਨਾਲ ਨਹੀਂ ਹੁੰਦੇ ਜਾਂ ਅਸੀਂ ਰੱਬ ਨੂੰ ਆਪਣੇ ਨਾਲ ਨਹੀਂ ਸਮਝਦੇ। ਜੋ ਸਚਿਆਰ ਪੁਰਸ਼ ਹੈ ਉਹ ਰੱਬ ਨੂੰ ਅੰਗ ਸੰਗ ਸਮਝਦਾ ਹੈ। ਜਿਵੇਂ ਅੰਗ ਸੰਗ ਦੀ ਗੱਲ ਆਪਾਂ ਪਿੱਛੇ ਵੀ ਕੀਤੀ ਸੀ, ਅੱਖਾਂ ਮੇਰੀਆਂ ਅੰਗ ਨੇ ਤੇ ਜੇ ਇਹਦੇ ਸੰਗ ਰੱਬ ਹੋਵੇ ਤਾਂ ਫਿਰ ਮੇਰਾ ਵੇਖਣ ਦਾ ਨਜ਼ਰੀਆ ਬਦਲ ਜਾਏਗਾ ਨਾ। ਕੰਨ ਮੇਰੇ ਅੰਗ ਨੇ, ਮੈਂ ਇਹਨਾਂ ਦੇ ਸੰਗ ਰੱਬ ਨੂੰ ਸਮਝਾਂ ਕਿ ਰੱਬ ਮੇਰੇ ਨਾਲ ਹੈ, ਤਾਂ ਫਿਰ ਮੈਨੂੰ ਲੋੜ ਨਹੀਂ ਨਾ ਪਵੇਗੀ ਚੁਗਲੀ ਨਿੰਦਾ ਸੁਣਨ ਦੀ। ਜ਼ਬਾਨ ਮੇਰਾ ਅੰਗ ਹੈ ਤੇ ਜੇ ਇਹਦੇ ਸੰਗ ਰੱਬ ਨੂੰ ਸਮਝਾਂ, ਰੱਬ ਮੇਰੀ ਜ਼ਬਾਨ ਦੇ ਸੰਗ ਹੋਏ ਤਾਂ ਮੇਰੇ ਬੋਲ ਕਿੰਨੇ ਮਿੱਠੇ ਪਿਆਰੇ ਹੋ ਸਕਦੇ ਨੇ ਨਾ। ਹੱਥਾਂ ਨਾਲ ਰੱਬ ਹੈ ਤਾਂ ਇਹ ਰੱਬ ਦੇ ਹੱਥ ਨੇ, ਤਾਂ ਰੱਬ ਦੇ ਹੱਥ ਕਿਹੋ ਜਿਹੇ ਕੰਮ ਕਰਨਗੇ? ਰੱਬ ਦੇ ਪੈਰ ਕਿੱਧਰ ਚੱਲ ਕੇ ਜਾਣਗੇ? ਗੁਰੂ ਸਾਹਿਬ ਪੈਰਾਂ ਨਾਲ ਚੱਲ ਕੇ ਕਿੱਧਰ ਜਾਣਗੇ? ਰੱਬ ਜੇ ਆਪਣੇ ਪੈਰਾਂ ਕਰਕੇ ਪ੍ਰਗਟ ਹੋਏ ਤੇ ਕਿੱਧਰ ਜਾਣਗੇ? ਤਾਂ ਬ੍ਰਹਮ ਗਿਆਨੀ ਜੋ ਸਚਿਆਰ ਪੁਰਸ਼ ਹੈ, ਸਵਾਮੀ ਨੂੰ ਜੋ ਅਨੁਭਵ ਕਰਨ ਵਾਲਾ ਹੈ, ਮਨ ਬਚਨ ਕਰਮ ਕਰਕੇ ਜੋ ਸੱਚਾ ਇਨਸਾਨ ਹੈ, ਉਹ ਰੱਬ ਨੂੰ ਅੰਗ ਸੰਗ ਜਾਣਦਾ ਹੈ। ਬ੍ਰਹਮ ਗਿਆਨੀ ਕਹਿ ਨਾਮ ਆਧਾਰ, ਜੋ ਬ੍ਰਹਮ ਵੇਤਾ ਹੈ, ਬ੍ਰਹਮ ਨੂੰ ਜਾਣਨ ਵਾਲਾ ਸਚਿਆਰ ਪੁਰਸ਼ ਹੈ, ਉਹਦੇ ਮਨ ਦੇ ਅੰਦਰ ਪ੍ਰਭੂ ਦੇ ਨਾਮ ਦਾ ਆਸਰਾ ਹੈ। ਉਹਦੇ ਜੀਵਨ ਦਾ ਆਧਾਰ ਰੱਬ ਦਾ ਹੁਕਮ, ਰੱਬ ਦੇ ਗੁਣ ਉਹਦੇ ਜੀਵਨ ਦਾ ਆਧਾਰ ਹੈ। ਦੇਖੋ ਇਹ ਸੌਖਾ ਕੰਮ ਹੈ। ਅਸੀਂ ਆਪਣੇ ਜੀਵਨ ਦਾ ਆਧਾਰ ਤਾਂ ਬਣਾਉਣਾ ਹੀ ਬਣਾਉਣਾ ਹੈ। ਮਕਾਨ ਦੀ ਨੀਂਹ ਤਾਂ ਬਣਾਣੀ ਹੀ ਬਣਾਣੀ ਹੈ ਨਾ। ਨੀਂਹ ਤੋਂ ਬਿਨਾਂ ਮਕਾਨ ਨਹੀਂ ਹੈ। ਤਾਂ ਫਿਰ ਮਕਾਨ ਦੇ ਉੱਤੇ ਬਹੁਤਾ ਪੈਸਾ ਲਾਉਣ ਨਾਲੋਂ ਪਹਿਲਾਂ ਨੀਂਹ ਦੇ ਉੱਤੇ ਪੈਸਾ ਲਗਾਓ, ਨੀਂਹ ਮਜ਼ਬੂਤ ਕਰੋ। ਜੇ ਨੀਂਹ ਮਜ਼ਬੂਤ ਹੋਏਗੀ ਤਾਂ ਉਸ ਲਈ ਉਸਾਰੀ ਆਟੋਮੈਟਿਕਲੀ ਮਜ਼ਬੂਤ ਹੋ ਜਾਏਗੀ। ਤੇ ਜੇ ਨੀਂਹ ਕਮਜ਼ੋਰ ਹੈ ਤਾਂ ਉੱਤੇ ਜ਼ਿਆਦਾ ਪੈਸਾ ਲਾ ਦੋਗੇ, ਜ਼ਿਆਦੀਆਂ ਇਮਾਰਤਾਂ ਬਣਾ ਦੋਗੇ ਤਾਂ ਉਹ ਡਿੱਗ ਜਾਏਗਾ। ਨੀਂਹ ਕੱਚੀ ਹੈ ਜਿਹਦੇ ਤੇ ਇੱਕ ਮੰਜ਼ਲ ਵੀ ਨਹੀਂ ਟਿਕ ਸਕਦੀ ਤੇ ਉਹਦੇ ਤੇ 4 ਮੰਜ਼ਲਾਂ ਆਸਾਰ ਦੋ ਤਾਂ ਉਹਨੇ ਡਿੱਗ ਹੀ ਪੈਣਾ ਹੈ। ਇਸ ਲਈ ਨੀਂਹ ਮਜ਼ਬੂਤ ਚਾਹੀਦੀ ਹੈ ਤੇ ਜੈਸੀ ਨੀਂਹ ਹੋਏਗੀ ਵੈਸਾ ਮਕਾਨ ਹੋਏਗਾ। ਹੁਣ ਸਾਡੇ ਜੀਵਨ ਦੀ ਵੀ ਇੱਕ ਨੀਂਹ ਹੈ, ਬੇਸ ਹੈ। ਕਈਆਂ ਦੇ ਜੀਵਨ ਦਾ ਬੇਸ ਝੂਠ ਹੈ,
ਉਹਨਾਂ ਦਾ ਸੁਭਾਅ ਬਣਿਆ ਝੂਠ ਬੋਲਣ ਵਾਲਾ। ਜਦੋਂ ਬੁਲਾਓਗੇ ਝੂਠ ਬੋਲਣਗੇ, ਆਟੋਮੈਟਿਕਲੀ ਨਿਕਲਦੇ ਨੇ ਝੂਠ। ਕਈਆਂ ਦੇ ਸੁਭਾਅ ਵਿੱਚ ਹੰਕਾਰ ਹੁੰਦਾ ਹੈ, ਕਿਉਂਕਿ ਬੇਸ ਬਣ ਗਿਆ ਨਾ, ਸੁਭਾਅ ਬਣ ਗਿਆ, ਤੇ ਉਹਨਾਂ ਦੇ ਮਨ ਦੇ ਵਿੱਚੋਂ ਨਾ ਬੇਸ਼ੱਕ ਉਹ ਝੂਠੀ ਨਿਮਰਤਾ ਵੀ ਵਿਖਾਣ, ਉਹਨਾਂ ਦੀ ਨਿਮਰਤਾ ਵੀ ਹੰਕਾਰ ਹੀ ਦਿਸ ਰਹੀ ਹੁੰਦੀ ਹੈ, ਸਾਫ਼ ਨਜ਼ਰੀ ਪੈਂਦਾ ਹੈ। ਉਹਨਾਂ ਦੇ ਜੀਵਨ ਦਾ ਬੇਸ ਜੇਕਰ ਲੋਭ ਬਣ ਗਿਆ ਨਾ, ਤੇ ਬੇਸ਼ੱਕ ਉੱਤੋਂ ਵਾਲੀ ਦੀ ਸੰਤੋਖ ਵਿਖਾਉਂਦੇ ਹੋਣ, ਪਰ ਲੋਭ ਗੱਲਾਂ ਗੱਲਾਂ ਚੋਂ ਝਲਕੇਗਾ, ਕਿਉਂਕਿ ਬੇਸ ਬਣ ਗਿਆ ਨਾ। ਤੇ ਕਈ ਵੀਰ ਭੈਣਾਂ ਇਸ ਜਗਤ ਵਿੱਚ ਐਸੇ ਨੇ ਜਿਨ੍ਹਾਂ ਦਾ ਬੇਸ ਬੜਾ ਵਧੀਆ ਬਣਿਆ ਹੈ, ਉਹਨਾਂ ਦੇ ਸੁਭਾਅ ਵਿੱਚ ਹੀ ਮਿਠਾਸ ਹੈ। ਉਹ ਕੌੜਾ ਬੋਲਣ ਦਾ ਯਤਨ ਵੀ ਕਰਨ ਤੇ ਉਹਨਾਂ ਦੇ ਕੁੜੱਤਣ ਚੋਂ ਵੀ ਮਿਠਾਸ ਹੀ ਝਲਕਦੀ ਹੈ। ਉਹਨਾਂ ਦੇ ਝਿੜਕ ਤੋਂ ਵੀ ਕਈ ਵਾਰੀ ਹਾਸਾ ਹੀ ਆਉਂਦਾ ਹੈ, ਕਿਉਂਕਿ ਉਹਨਾਂ ਦਾ ਸੁਭਾਅ ਨਹੀਂ ਨਾ ਹੁੰਦਾ। ਉਹ ਜਿਨ੍ਹਾਂ ਦੇ ਸੁਭਾਅ ਦੇ ਵਿੱਚ ਸੰਤੋਖ ਹੈ, ਉੱਥੇ ਲਾਲਚ ਉਪਜਣਾ ਹੀ ਨਹੀਂ। ਇਸ ਲਈ ਜ਼ਿੰਦਗੀ ਦੀ ਉਸਾਰੀ ਅਸੀਂ ਜੇ ਸੁੱਖਾਂ ਵਾਲੀ ਕਰਨੀ ਚਾਹੁੰਦੇ ਹਾਂ ਨਾ, ਤਾਂ ਨੀਂਹ ਮਜ਼ਬੂਤ ਹੋਣੀ ਚਾਹੀਦੀ ਹੈ। ਸਤ, ਸੰਤੋਖ, ਨਿਰਭੈਤਾ, ਨਿਰਵੈਰਤਾ, ਇਹ ਗੁਣ ਆਧਾਰ ਹੋਣ ਸਾਡਾ, ਇਹ ਆਧਾਰ ਹੋਣ, ਇਹਨਾਂ ਤੇ ਜੀਵਨ ਉਸਰੇ। ਤੇ ਜਿਨ੍ਹਾਂ ਦੇ ਜੀਵਨ ਦਾ ਬੇਸ ਨਾਮ, ਰੱਬ ਦਾ ਗੁਣ, ਰੱਬ ਦੇ ਹੁਕਮ ਬਣ ਜਾਂਦੇ ਨੇ ਨਾ, ਉਹਨਾਂ ਦੀਆਂ ਭੁੱਖਾਂ ਗਵਾਚ ਜਾਂਦੀਆਂ ਨੇ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਨ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਜਿਨ੍ਹਾਂ ਦੀ ਜ਼ਿੰਦਗੀ ਦਾ ਆਧਾਰ ਬੇਸ ਗੁਣ ਬਣ ਗਏ, ਉਹਨਾਂ ਦੀਆਂ ਕਾਮ ਆਦਿਕ ਦੀਆਂ ਭੁੱਖਾਂ ਹੀ ਗਵਾਚ ਜਾਂਦੀਆਂ ਨੇ। ਤਾਂ ਜੋ ਸਚਿਆਰ ਪੁਰਸ਼ ਹੈ, ਬ੍ਰਹਮਵੇਤਾ ਹੈ, ਉਹਦੇ ਜੀਵਨ ਦਾ ਆਧਾਰ ਨਾਮ ਹੈ, ਉਹਦੇ ਜੀਵਨ ਦਾ ਆਧਾਰ ਰੱਬ ਦਾ ਹੁਕਮ ਹੈ। ਬ੍ਰਹਮ ਗਿਆਨੀ ਕੇ ਨਾਮ ਪਰਿਵਾਰ, ਉਹਦਾ ਜਿਹੜਾ ਪਰਿਵਾਰ ਹੈ ਉਹ ਵੀ ਨਾਮ ਹੀ, ਰੱਬ ਦਾ ਗੁਣ। ਸਾਡਾ ਪਰਿਵਾਰ ਹੈ ਨਾ, ਕਿਸੇ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਪਰਿਵਾਰ ਬਣਾ ਲਿਆ, ਤੇ ਕਿਸੇ ਨੇ ਸਤ, ਸੰਤੋਖ, ਦਇਆ, ਧਰਮ, ਧੀਰਜ ਨੂੰ ਪਰਿਵਾਰ ਬਣਾ ਲਿਆ। ਕਿਹੜਾ ਪਰਿਵਾਰ ਬਣਾਉਣਾ ਚਾਹੁੰਦੇ ਹੋ? ਸਾਡੇ ਤੇ ਡਿਪੈਂਡ ਕਰਦਾ ਨਾ, ਮੇਰੇ ਤੇ ਡਿਪੈਂਡ ਕਰਦਾ ਕਿ ਮੈਂ ਆਪਣਾ ਪਰਿਵਾਰ ਕਿਹਨੂੰ ਬਣਾਉਣਾ ਹੈ, ਸਤ ਸੰਤੋਖ ਨੂੰ ਜਾਂ ਕਾਮ, ਕ੍ਰੋਧ, ਲੋਭ ਨੂੰ। ਤਾਂ ਜਿਹੋ ਜਿਹੇ ਮੇਰੇ ਸੰਗੀ ਸਾਥੀ ਹੋਣਗੇ, ਜਿਹੋ ਜਿਹਾ ਮੇਰਾ ਪਰਿਵਾਰ ਮੇਰੇ ਨਾਲ ਹੋਏਗਾ, ਉਹੋ ਜਿਹਾ ਮੈਨੂੰ ਫਲ ਮਿਲੇਗਾ, ਵੈਸਾ ਹੀ ਮੇਰਾ ਜੀਵਨ ਹੋਏਗਾ। ਇਸ ਲਈ ਜੋ ਰੱਬੀ ਆਸਰੇ ਜ਼ਿੰਦਗੀ ਜੀਣ ਵਾਲਾ ਹੈ, ਉਹਦਾ ਪਰਿਵਾਰ ਹੀ ਨਾਮ ਹੈ, ਹੁਕਮ, ਰੱਬ ਦੇ ਗੁਣ, ਪਹਿਲੀ ਗੱਲ। ਤੇ ਦੂਜੀ ਗੱਲ, ਉਹ ਯਤਨ ਕਰਦਾ ਹੈ ਕਿ ਉਹ ਆਪਣੇ ਪਰਿਵਾਰ ਨੂੰ ਵੀ, ਜੋ ਉਹਦੇ ਸੱਜਣ ਮਿੱਤਰ ਰਿਸ਼ਤੇਦਾਰ ਨੇ, ਜਿੱਥੇ ਉਹ ਮਿਲਦਾ ਵਰਤਦਾ ਹੈ, ਉੱਥੇ ਵੀ ਉਹ ਸੱਚ ਦਾ ਹੀ ਪ੍ਰਚਾਰ ਤੇ ਪ੍ਰਸਾਰ ਕਰੇ। ਜਿਵੇਂ ਹੁਣ ਕਲਾਸ ਹੈ, ਤਾਂ ਸਾਡਾ ਪਰਿਵਾਰ ਹੈ ਨਾ ਇੱਕ, ਤਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਇਸ ਪਰਿਵਾਰ ਦੇ ਵਿੱਚ ਗੁਣਾਂ ਦੀ ਗੱਲ ਕਰੀਏ। ਜੇ ਕਿਸੇ ਵਿੱਚ ਕੋਈ ਕਮੀ ਪੇਸ਼ੀ ਹੈ, ਤਾਂ ਅਸੀਂ ਉਹਨੂੰ ਕਹੀਏ ਕਿ ਵੀਰ ਜਾਂ ਭੈਣ, ਵੀ ਤੁਹਾਡੇ ਵਿੱਚ ਜੇ ਇਹ ਦੋਸ਼ ਨਾ ਹੋਏ ਤਾਂ ਤੁਹਾਡੀ ਪਰਸਨੈਲਿਟੀ ਹੋਰ ਚੰਗੀ ਹੋ ਸਕਦੀ ਹੈ। ਤੁਸੀਂ ਐਵੇਂ ਨਹੀਂ, ਐਵੇਂ ਬੋਲਿਆ ਕਰੋ। ਆਪਣੇ ਸੁਭਾਅ ਦੇ ਵਿੱਚ ਥੋੜਾ ਜਿਹਾ ਕ੍ਰੋਧ ਹੈ ਤਾਂ ਉਹਨੂੰ ਥੋੜਾ ਘੱਟ ਕਰਨ ਦੀ ਟਰਾਈ ਕਰੋ, ਕਿਉਂਕਿ ਪਰਿਵਾਰ ਹੈ ਨਾ ਇੱਕ, ਤੇ ਪਰਿਵਾਰ ਦੇ ਵਿੱਚ ਅਸੀਂ ਇੱਕ ਦੂਜੇ ਨੂੰ ਸਲਾਹ ਦੇ ਸਕਦੇ ਹਾਂ ਨਾ, ਏਕ ਪਿਤਾ ਏਕਸ ਕੇ ਹਮ ਬਾਰਿਕ। ਤੇ ਪਰਿਵਾਰ ਦੇ ਮੈਂਬਰ ਇੱਕ ਦੂਜੇ ਦਾ ਗੁੱਸਾ ਨਹੀਂ ਕਰਦੇ, ਉਹ ਹੀ ਪਰਿਵਾਰ ਕਾਮਯਾਬ ਹੁੰਦੇ ਨੇ। ਇਸੇ ਤਰ੍ਹਾਂ ਕੌਮ ਸਾਡੀ, ਸਾਡਾ ਪੰਥ ਵੀ ਸਾਡਾ ਇੱਕ ਪਰਿਵਾਰ ਹੈ ਨਾ, ਅਸੀਂ ਇੱਕ ਪਿਤਾ ਏਕਸ ਕੇ ਹਮ ਬਾਰਿਕ ਹਾਂ। ਤੇ ਜੇ ਸਾਰੀ ਕੌਮ ਦੇ ਅੰਦਰ ਇਸ ਢੰਗ ਦੇ ਨਾਲ ਵਿਚਾਰ ਕੀਤੀ ਜਾਏ ਸ਼ੁਭ ਗੁਣਾਂ ਦੀ, ਤਾਂ ਬਹੁਤ ਕੁਝ ਹੋ ਸਕਦਾ ਹੈ। ਤਾਂ ਜੋ ਬ੍ਰਹਮਵੇਤਾ ਹੈ, ਸਚਿਆਰ ਪੁਰਸ਼ ਹੈ, ਰੱਬ ਦੇ ਗੁਣ ਹੀ ਉਹਦਾ ਪਰਿਵਾਰ ਨੇ। ਬ੍ਰਹਮ ਗਿਆਨੀ ਸਦਾ ਸਦ ਜਾਗਤ, ਸਦਾ ਸਦ ਦਾ ਮਤਲਬ ਸਦਾ, ਹਮੇਸ਼ਾ। ਜਾਗਤ ਦਾ ਮਤਲਬ ਜਾਗਦਾ ਹੈ। ਇਹਦਾ ਮਤਲਬ ਇਹ ਨਹੀਂ ਕਿ ਉਹ ਸੌਂਦਾ ਨਹੀਂ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਜੋ ਇੱਕ ਤੰਦਰੁਸਤ ਆਦਮੀ ਹੈ, ਡਾਕਟਰਾਂ ਮੁਤਾਬਕ 6 ਤੋਂ ਲੈ ਕੇ 8 ਘੰਟੇ ਦੀ ਨੀਂਦ ਹਰ ਬੰਦੇ ਵਾਸਤੇ ਜ਼ਰੂਰੀ ਹੈ। ਕਈ ਐਸੇ ਨੇ ਜਿਹੜੇ 5-6 ਘੰਟੇ ਨਾਲ ਵੀ ਜਿਨ੍ਹਾਂ ਦਾ ਕੰਮ ਚੱਲ ਜਾਂਦਾ ਹੈ, ਪਰ ਜੋ ਡਾਕਟਰ ਵੀਰ ਦੱਸਦੇ ਨੇ 6 ਤੋਂ ਲੈ ਕੇ 8 ਘੰਟੇ ਤੱਕ ਦੀ ਨੀਂਦ ਹਰ ਬੰਦੇ ਨੂੰ ਚਾਹੀਦੀ ਹੈ, ਜਿਸ ਕਰਕੇ ਦਿਮਾਗ ਸਰੀਰ ਦੀ ਟੋਕ ਭੱਜ ਨੂੰ ਫਿਰ ਰਿਪੇਅਰ ਕਰ ਸਕੇ ਔਰ ਸਾਡਾ ਸਰੀਰ ਅਗਲੀ ਕਾਰਵਾਈ ਵਾਸਤੇ, ਅਗਲੇ ਕਰਮ ਵਾਸਤੇ, ਅਗਲੇ ਦਿਨ ਵਾਸਤੇ ਫਿਰ ਤਿਆਰ ਹੋ ਸਕੇ। ਉਹ ਨੀਂਦ ਜ਼ਰੂਰੀ ਹੈ।
ਇੱਥੇ ਜਾਗਣ ਦਾ ਮਤਲਬ ਹੈ ਸੁਚੇਤ ਹੋਣਾ। ਕਈ ਲੋਕ ਨਾ ਜ਼ਿੰਦਗੀ ਸੌਂਦਿਆਂ ਹੀ ਬੀਤ ਜਾਂਦੀ ਹੈ, ਅਚੇਤ, ਗਫਲਤ ਵਿੱਚ। ਜੋ ਮੈਂ ਗੱਲਬਾਤ ਕਰ ਰਿਹਾ ਹਾਂ, ਇਸ ਗੱਲਬਾਤ ਦਾ ਰਿਜ਼ਲਟ ਕੀ ਨਿਕਲੇਗਾ, ਇਹਦਾ ਰਿਐਕਸ਼ਨ ਕੀ ਹੋਏਗਾ, ਇਹਦਾ ਅਸਰ ਕੀ ਹੋਏਗਾ। ਜੇ ਤਾਂ ਮੈਂ ਇਹ ਗੱਲ ਸੋਚ ਰਿਹਾ, ਜੇ ਤਾਂ ਮੈਨੂੰ ਇਸ ਬਾਰੇ ਪਤਾ ਹੈ, ਤਾਂ ਫਿਰ ਤਾਂ ਮੈਂ ਸੁਚੇਤ ਹਾਂ। ਤੇ ਜੇ ਮੈਂ ਬਿਨਾਂ ਮਤਲਬ ਤੋਂ ਬੋਲੀ ਜਾ ਰਿਹਾ ਵੀ ਦੂਜੇ ਲੋਕਾਂ ਤੇ ਇਹਦਾ ਅਸਰ ਕੀ ਪਵੇਗਾ, ਜੇ ਮੇਰੀਆਂ ਗੱਲਾਂ ਦੇ ਉੱਤੇ ਇਹਨਾਂ ਨੇ ਅਮਲ ਕਰ ਲਿਆ ਤੇ ਉਹਨਾਂ ਦਾ ਰਿਜ਼ਲਟ ਕੀ ਨਿਕਲੇਗਾ। ਜੇ ਮੈਨੂੰ ਇਸ ਭਲੇ ਬੁਰੇ ਬਾਰੇ ਨਹੀਂ ਪਤਾ ਤਾਂ ਮੈਂ ਅਚੇਤ ਹਾਂ। ਮੈਂ ਜਿਹੜੀ ਚੀਜ਼ ਖਾ ਰਿਹਾ ਹਾਂ, ਜੇ ਤਾਂ ਮੈਨੂੰ ਪਤਾ ਹੈ ਕਿ ਇਹਦਾ ਅਸਰ ਕੀ ਹੈ ਤਾਂ ਸੁਚੇਤ ਹਾਂ। ਤੇ ਜੇ ਬਿਨਾਂ ਮਤਲਬ ਤੋਂ ਖਾਈ ਜਾ ਰਿਹਾ ਤੇ ਇਹ ਨਹੀਂ ਪਤਾ ਕਿ ਇਹਦਾ ਰਿਜ਼ਲਟ ਕੀ ਨਿਕਲੇਗਾ, ਅਚੇਤ ਹੀ ਹੈ ਨਾ। ਜਿਵੇਂ ਅਸੀਂ ਫਾਸਟ ਫੂਡ ਖਾਈ ਜਾ ਰਹੇ ਹਾਂ, ਹੋਰ ਬਹੁਤ ਕੁਝ ਜਿਹਦੇ ਨਾਲ ਸਰੀਰ ਦਾ ਨੁਕਸਾਨ ਹੁੰਦਾ ਹੈ, ਅਚੇਤ ਹੋ ਗਏ ਨਾ। ਕਿੰਨੇ ਕਰਮ ਬੰਦਾ ਐਸੇ ਕਰੀ ਜਾ ਰਿਹਾ ਹੈ ਜਿਨ੍ਹਾਂ ਕੰਮਾਂ ਦੇ ਨਾਲ ਬੰਦੇ ਦਾ ਨੁਕਸਾਨ ਹੋ ਰਿਹਾ ਹੈ। ਦੇਖੋ, ਇਹ ਆਮ ਗੱਲਾਂ ਨੇ। ਪਰਿਵਾਰ ਟੁੱਟ ਰਹੇ ਨੇ, ਰਿਸ਼ਤੇ ਬਿਖਰ ਰਹੇ ਨੇ, ਮਿੱਤਰਤਾ ਵਿੱਚ ਦਰਾਰਾਂ ਪੈ ਰਹੀਆਂ ਨੇ, ਇੱਕ ਦੂਜੇ ਤੋਂ ਬੰਦਾ ਦੂਰ ਜਾ ਰਿਹਾ ਹੈ, ਬੇਵਿਸ਼ਵਾਸੀ ਵੱਧ ਰਹੀ ਹੈ। ਹਾਲਾਂਕਿ ਘਟਣੀ ਚਾਹੀਦੀ ਸੀ। ਜਿਵੇਂ ਜਿਵੇਂ ਐਜੂਕੇਸ਼ਨ ਵਧੀ ਹੈ, ਇਹ ਚੀਜ਼ਾਂ, ਵਿਕਾਰ ਖਤਮ ਹੋਣੇ ਚਾਹੀਦੇ ਸੀ, ਲੇਕਿਨ ਦਿਨ ਪ੍ਰਤੀ ਦਿਨ ਬੰਦਾ ਬੰਦੇ ਤੋਂ ਦੂਰ ਹੋਈ ਜਾ ਰਿਹਾ ਹੈ। ਤਾਂ ਇਹਦਾ ਮਤਲਬ ਅਚੇਤ ਹੋਇਆ ਨਾ। ਕਿੰਨਾ ਅਚੇਤ ਹੈ ਬੰਦਾ, ਕਿ ਬੰਦਾ ਹੋਏ ਤੇ ਇਨਸਾਨ ਤੇ ਕਾਮੇ ਦੇ ਪਸ਼ੂਆਂ ਵਾਲੇ ਹੋਣ, ਤੇ ਗੁਰੂ ਜੀ ਨੂੰ ਕਹਿਣਾ ਪਵੇ ਕਰਤੂਤ ਪਸ਼ੂ ਕੀ ਮਾਨਸ ਜਾਤ। ਕੁੱਤਿਆਂ ਨੂੰ ਲੋੜ ਪੈ ਜਾਏ ਬੰਦਿਆਂ ਦੀਆਂ ਚੋਰੀਆਂ ਫੜਨ ਦੀ, ਕਿ ਇਹ ਬੰਦਾ ਚੋਰ ਹੈ, ਇਹ ਬੰਦਾ ਕਾਤਲ ਹੈ, ਤਾਂ ਬੰਦਾ ਅਚੇਤ ਹੀ ਹੋਇਆ ਨਾ। ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ, ਜੋ ਸਚਿਆਰ ਪੁਰਸ਼ ਹੈ, ਬ੍ਰਹਮਵੇਤਾ ਹੈ, ਜੋ ਰੱਬੀ ਰਾਹਾਂ ਤੇ ਤੁਰਨ ਵਾਲਾ ਹੈ, ਉਹ ਸਦਾ ਸੁਚੇਤ ਰਹਿੰਦਾ ਹੈ, ਕੋਈ ਕਰਮ ਮਾੜਾ ਨਹੀਂ ਕਰਦਾ। ਇਸ ਲਈ ਅਸੀਂ ਸੁਚੇਤ ਹੋਣ ਦਾ ਯਤਨ ਕਰਨਾ ਹੈ। ਕੋਈ ਬੋਲਣ ਤੋਂ ਪਹਿਲਾਂ ਸੋਚ ਲਓ ਚੰਗੀ ਤਰ੍ਹਾਂ ਕਿ ਜੋ ਕੁਝ ਮੈਂ ਕਹਿਣ ਵਾਸਤੇ ਜਾ ਰਿਹਾ, ਜੇ ਇਹੀ ਕੁਝ ਮੈਨੂੰ ਕਹੇ ਤਾਂ ਮੈਨੂੰ ਚੰਗਾ ਲੱਗੇਗਾ। ਜੇ ਨਹੀਂ ਚੰਗਾ ਲੱਗੇਗਾ ਤੇ ਮੈਂ ਦੂਜਿਆਂ ਨੂੰ ਕਿਉਂ ਕਹਿ ਰਿਹਾ। ਮੈਂ ਨੈਗੇਟਿਵ ਬੋਲ ਰਿਹਾ, ਕਿਸੇ ਨੂੰ ਕਹਿ ਰਿਹਾ ਵੀ ਤੇਰੇ ਤੋਂ ਯਾਰ ਕਾਮਯਾਬ ਨਹੀਂ ਹੋਇਆ ਜਾਣਾ, ਤੇ ਜੇ ਮੇਰੀ ਇਸ ਗੱਲ ਨੂੰ ਇਹਨੇ ਮੰਨ ਲਿਆ, ਨਾਕਾਮਯਾਬ ਹੋ ਜਾਏਗਾ। ਮੈਂ ਬੱਚੇ ਨੂੰ ਕਹਿ ਰਿਹਾ ਤੇਰੇ ਵਾਸਤੇ ਪੜ੍ਹਾਈ ਨਹੀਂ, ਤੂੰ ਡੰਗਰ ਹੀ ਰਹਿਣਾ ਹੈ, ਤੇ ਜੇ ਉਹਨੇ ਇਸ ਗੱਲ ਤੇ ਵਿਸ਼ਵਾਸ ਕਰ ਲਿਆ ਤੇ ਵਿਚਾਰਾ ਪੜਨ ਤੋਂ ਰਹਿ ਜਾਏਗਾ ਨਾ। ਇਸ ਲਈ ਮੈਂ ਪੋਜ਼ਿਟਿਵ ਬੋਲ ਲਵਾਂ, ਮੈਂ ਚੰਗੇ ਬੋਲਾਂ, ਪਿਆਰ ਵਾਲੇ ਬੋਲਾਂ, ਜਿਨ੍ਹਾਂ ਦਾ ਰਿਜ਼ਲਟ ਚੰਗਾ ਨਿਕਲੇ, ਚੰਗੇ ਕਰਮ ਕਰਾਂ। ਮੈਂ ਸ਼ਰਾਬਾਂ ਵਗੈਰਾ ਨਾ ਪੀਵਾਂ, ਮੇਰੀ ਸਿਹਤ ਖਰਾਬ ਹੋ ਜਾਏਗੀ। ਤਾਂ ਜੋ ਸਚਿਆਰ ਪੁਰਸ਼ ਹੈ, ਉਹ ਹਮੇਸ਼ਾ ਸੁਚੇਤ ਰਹਿੰਦਾ ਹੈ। ਬ੍ਰਹਮ ਗਿਆਨੀ ਅਹੰਗ ਬੁੱਧ ਤਿਆਗਤ। ਅਹੰਗ ਬੁੱਧ ਦਾ ਮਤਲਬ ਹਉਮੈ ਵਾਲੀ ਜਿਹੜੀ ਮੱਤ ਹੈ, ਮੈਂ ਆਖਣ ਵਾਲੀ। ਅਹੰਗ ਦਾ ਮਤਲਬ ਮੈਂ, ਹੰਕਾਰ ਵਾਲੀ ਮੱਤ। ਤਿਆਗਤ ਦਾ ਮਤਲਬ ਛੱਡ ਦਿੰਦਾ ਹੈ। ਜੋ ਸਚਿਆਰ ਪੁਰਸ਼ ਹੈ, ਉਹ ਮੈਂ ਵਾਲੀ ਮੱਤ ਨੂੰ ਛੱਡ ਦਿੰਦਾ ਹੈ। ਉਹਦੇ ਅੰਦਰ ਈਗੋ ਨਹੀਂ ਹੁੰਦੀ। ਤੇ ਈਗੋ ਬਾਰੇ ਮੈਂ ਆਪ ਦੇ ਨਾਲ ਵਿਚਾਰ ਕਰ ਚੁੱਕਾ, ਔਰ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ। ਹੰਕਾਰ ਦੇ ਦੋ ਵਿੰਗੜੇ ਹੋਏ ਰੂਪ ਨੇ, ਇਨਫੀਰੀਓਰਿਟੀ ਕੰਪਲੈਕਸ ਔਰ ਸੁਪਰੀਓਰਿਟੀ ਕੰਪਲੈਕਸ। ਜਿੱਥੇ ਵੀ ਈਗੋ ਜਾਂ ਹੰਕਾਰ ਆਵੇ ਤਾਂ ਇਹਨਾਂ ਦੋਵਾਂ ਚੀਜ਼ਾਂ ਨੂੰ ਸਮਝਣ ਦਾ ਯਤਨ ਕਰਨਾ। ਦੋਵੇਂ ਹੀ ਹਉਮੈ ਨੇ, ਵਿੰਗੜੇ ਹੋਏ ਰੂਪ ਨੇ। ਇਨਫੀਰੀਓਰਿਟੀ ਕੰਪਲੈਕਸ, ਸਚਿਆਰ ਪੁਰਸ਼ ਦੇ ਅੰਦਰ ਇਨਫੀਰੀਓਰਿਟੀ ਕੰਪਲੈਕਸ ਨਹੀਂ ਹੈ, ਨੈਗੇਟਿਵਿਟੀ ਨਹੀਂ ਹੈ, ਨਕਾਰਾਤਮਕਤਾ ਨਹੀਂ ਹੈ ਕਿ ਮੈਂ ਤੇ ਕੁਝ ਵੀ ਨਹੀਂ ਕਰ ਸਕਦਾ, ਮੈਨੂੰ ਬਾਣੀ ਕਿੱਥੇ ਸਮਝ ਆਉਣੀ ਹੈ, ਹੁਣ ਤੇ ਬੁੱਢੇ ਹੋ ਗਏ ਆ, ਹੁਣ ਤਾਂ ਗੋਡੇ ਤੁਰਦੇ ਨਹੀਂ, ਯਾਦ ਨਹੀਂ ਕੋਈ ਸ਼ੈ ਰਹਿੰਦੀ, ਮੇਰੇ ਤੋਂ ਕਾਮਯਾਬ ਕਿੱਥੇ ਹੋਇਆ ਜਾਣਾ ਹੈ। ਲੋਕ ਕਾਮਯਾਬ ਹੋ ਜਾਂਦੇ ਨੇ, ਮੈਨੂੰ ਪੜ੍ਹਾਈ ਕਿੱਥੇ ਹੋਣੀ ਹੈ, ਮੈਂ ਤਾਂ ਐਵੇਂ ਹੀ ਹਾਂ, ਮੈਂ ਤਾਂ ਵਿਹਲਾ ਹੀ ਹਾਂ, ਮੈਨੂੰ ਤੇ ਕੋਈ ਪਸੰਦ ਨਹੀਂ ਕਰਦਾ, ਮੈਨੂੰ ਤੇ ਰੱਬ ਚੁੱਕ ਹੀ ਲਵੇ ਤੇ ਠੀਕ। ਇਹ ਗੱਲਾਂ ਠੀਕ ਨਹੀਂ ਹਨ। ਜਿਹੜਾ ਸਚਿਆਰ ਪੁਰਸ਼ ਹੈ, ਉਹ ਐਸੀ ਗੱਲ ਨਹੀਂ ਕਰੇਗਾ, ਉਹ ਐਸੀ ਗੱਲ ਨਹੀਂ ਕਰੇਗਾ, ਉਹਦੇ ਅੰਦਰ ਇਨਫੀਰੀਓਰਿਟੀ ਕੰਪਲੈਕਸ ਨਹੀਂ ਹੋਏਗਾ। ਤੁਸੀਂ ਕਿਉਂ ਨਹੀਂ ਕਰ ਸਕਦੇ? ਕਰ ਸਕਦੇ ਹੋ। ਸਰਬ ਸ਼ਕਤੀਮਾਨ ਰੱਬ ਤੁਹਾਡੇ ਅੰਦਰ ਹੈ। ਉਹੀ 24 ਘੰਟੇ ਸਾਰਿਆਂ ਨੂੰ ਮਿਲਦੇ ਨੇ, ਦਿਨ ਰਾਤ ਦੇ। ਉਹੀ ਮੈਨੂੰ ਮਿਲ ਰਹੇ ਨੇ, ਤੁਹਾਨੂੰ ਮਿਲ ਰਹੇ ਨੇ। ਤੁਹਾਨੂੰ ਵੀ ਉਹਨਾਂ ਸਮਾਂ ਮਿਲ ਰਿਹਾ, ਗਰਮੀ ਸਰਦੀ ਬਰਸਾਤ ਸਾਰਿਆਂ ਨੂੰ ਵੀ। ਸਹੀ ਚੰਦ ਚੜ੍ਹੇ ਸਿਤਾਰੇ, ਸਹੀ ਸੋਈ ਦੁਨੀਆ ਤਪਤ ਰਹੇ। ਉਹੀ ਚੰਦਰਮਾ, ਉਹੀ ਸੂਰਜ, ਉਹੀ ਧਰਤੀ, ਉਹੀ ਹਵਾ,
ਉਹੀ ਲੋਕ, ਉਹੀ ਸ਼ਹਿਰ, ਉਹੀ ਦੇਸ਼, ਉਹੀ ਧਰਤੀ, ਸਾਰਿਆਂ ਕੋਲੇ ਉਹੀ, ਮੇਰੇ ਕੋਲੇ ਉਹੀ 24 ਘੰਟੇ, ਉਹੀ ਦਿਮਾਗ, ਉਹੀ ਹੱਥ, ਉਹੀ ਪੈਰ, ਉਹੀ ਸਾਰਾ ਕੁਝ। ਫਿਰ ਮੈਂ ਕਿਉਂ ਨਹੀਂ ਕਰ ਸਕਦਾ? ਫਿਰ ਤੁਸੀਂ ਕਿਉਂ ਨਹੀਂ ਕਰ ਸਕਦੇ? ਇਨਫੀਰੀਅਰਿਟੀ ਕੰਪਲੈਕਸ ਨਾ ਆਉਣ ਦਿਓ ਆਪਣੇ ਅੰਦਰ। ਔਰ ਇਹ ਤਾਂ ਆ ਗਿਆ ਕਿਉਂਕਿ ਸਾਡੇ ਅੰਦਰ ਇਹ ਚੀਜ਼ਾਂ ਪਾਈਆਂ ਗਈਆਂ ਨੇ। ਕਰੀਬ 15 ਸਾਲ ਦੀ ਉਮਰ ਤੱਕ ਅਸੀਂ ਆਪਣੇ ਬੱਚਿਆਂ ਦੇ ਅੰਦਰ 1.5 ਲੱਖ ਵਾਰ ਨਾ ਸ਼ਬਦ ਪਾ ਦਿੰਦੇ ਆ ਕਿ ਤੇਰੇ ਤੋਂ ਇਹ ਨਹੀਂ ਹੋਣਾ, ਇਹ ਨਾ ਕਰ, ਉਹ ਨਾ ਕਰ, ਇਧਰ ਨਾ ਜਾ, ਉਧਰ ਨਾ ਜਾ, ਇਹ ਤੇਰੇ ਤੋਂ ਨਹੀਂ ਹੋਣਾ, ਇੰਜ ਨਾ ਕਰੀ। 1.5 ਲੱਖ ਵਾਰ। ਤੇ ਜਿਹੜੇ ਸ਼ਬਦ ਅਸੀਂ 20 ਵਾਰੀ ਸੁਣ ਲਈਏ ਨਾ, ਉਹ ਸਾਡੇ ਸਬਕੌਂਸ਼ੀਅਸ ਮਾਈਂਡ ਵਿੱਚ ਚਲਾ ਜਾਂਦਾ। ਸਾਨੂੰ 10 ਤੱਕ ਪਹਾੜੇ ਅੱਜ ਵੀ ਯਾਦ ਨੇ, ਤੁਹਾਨੂੰ ਸਾਰਿਆਂ ਨੂੰ ਯਾਦ ਹੋਣੇ ਨੇ, ਬਾਕੀ ਸਾਰਾ ਕੁਝ ਭੁੱਲ ਗਿਆ, 10 ਤੱਕ ਪਹਾੜੇ ਨਹੀਂ ਭੁੱਲੇ। ਕਿਉਂ? ਕਿਉਂਕਿ ਇੰਨੀ ਵਾਰੀ ਰਿਪੀਟ ਕੀਤੇ ਕਿ ਉਹਨਾਂ ਨੇ ਭੁੱਲਣਾ ਹੀ ਨਹੀਂ, ਮਰਦਿਆਂ ਤੱਕ ਨਹੀਂ ਭੁੱਲਣਾ ਉਹਨਾਂ। ਰਿਪੀਟ ਕੀਤੇ ਨਾ, ਜਿਹੜੀ ਚੀਜ਼ ਬਾਰ-ਬਾਰ ਰਿਪੀਟ ਕੀਤੀ ਜਾਏ ਉਹ ਪੱਕੀ ਯਾਦ ਹੋ ਜਾਂਦੀ। ਤੇ ਜਦੋਂ ਬੱਚਿਆਂ ਨੂੰ ਰਿਪੀਟ ਹੀ ਕਰਾਇਆ ਜਾਏ ਵੀ ਤੁਹਾਡੇ ਤੋਂ ਇਹ ਵੀ ਨਹੀਂ ਹੋਣਾ, ਉਹ ਵੀ ਨਹੀਂ ਹੋਣਾ, ਇੱਧਰ ਵੀ ਨਾ ਜਾਇਓ, ਇੱਧਰ ਵੀ ਨਾ ਜਾਇਓ, ਤੇ ਫਿਰ ਉਹ ਕੀ ਕਰਨਗੇ? ਇਸ ਲਈ ਇਨਫੀਰੀਅਰਿਟੀ ਕੰਪਲੈਕਸ ਆਪਣੇ ਅੰਦਰ ਪੈਦਾ ਨਾ ਹੋਣ ਦਿਓ, ਨੈਗੇਟਿਵਿਟੀ ਪੈਦਾ ਨਾ ਹੋਣ ਦਿਓ, ਔਰ ਕਿਸੇ ਦੇ ਵਿੱਚ ਵੀ ਇਹ ਪੈਦਾ ਨਾ ਕਰੋ। ਇਹ ਬਹੁਤ ਵੱਡਾ ਪਾਪ ਹੈ। ਇਹ ਪਾਪ ਕਦੇ ਨਾ ਕਰਿਓ, ਨਾ ਆਪਣੇ ਤੇ ਅਤਿਆਚਾਰ ਹੋਣ ਦਿਓ। ਦੂਜਾ ਹੈ ਸੁਪਰੀਅਰਿਟੀ ਕੰਪਲੈਕਸ, ਕਿ ਮੈਂ ਹੀ ਸਭ ਕੁਝ ਕਰ ਸਕਦਾ, ਹੋਰ ਕੋਈ ਨਹੀਂ, ਮੈਂ ਹੀ ਸਭ ਤੋਂ ਵੱਡਾ, ਮੈਂ ਹੀ ਸਭ ਤੋਂ ਵੱਡਾ ਗਿਆਨੀ, ਮੈਂ ਹੀ ਸੁੰਦਰ, ਮੈਂ ਹੀ ਸੋਹਣਾ, ਮੈਂ ਹੀ ਅਮੀਰ, ਮੈਂ ਹੀ ਵਿਦਵਾਨ। ਇਹ ਸੁਪਰੀਅਰਿਟੀ ਕੰਪਲੈਕਸ ਹੈ ਕਿ ਸਭ ਤੋਂ ਆਪਣੇ ਆਪ ਨੂੰ ਸੁਪੀਰੀਅਰ ਸਮਝਣਾ। ਐਵੇਂ ਵੀ ਨਾ ਸਮਝਣਾ, ਸਾਰੇ ਬੰਦੇ ਬਰਾਬਰ ਨੇ, ਮੈਂ ਵੀ ਇੱਕ ਬੰਦਾ ਹਾਂ, ਤੁਸੀਂ ਵੀ ਬੰਦੇ ਹੋ। ਬਸ ਕਿਸੇ ਕੋਲ ਗੁਣ ਘੱਟ ਆ ਗਿਆ, ਕਿਸੇ ਕੋਲ ਜ਼ਿਆਦਾ ਆ ਗਿਆ, ਕਿਸੇ ਨੇ ਕੋਈ ਸਬਜੈਕਟ ਪੜ੍ਹ ਲਿਆ, ਕਿਸੇ ਨੇ ਕੋਈ ਸਬਜੈਕਟ ਪੜ੍ਹ ਲਿਆ, ਕੋਈ ਕਿਸੇ ਚੀਜ਼ ਦਾ ਮਾਸਟਰ ਹੋ ਗਿਆ, ਕੋਈ ਕਿਸੇ ਦਾ। ਇਹਦੇ ਵਿੱਚ ਕੀ ਫਰਕ ਪੈਂਦਾ ਹੈ? ਜਹਾਜ਼ ਵਿੱਚ 2 ਬੰਦੇ ਗੱਲਾਂ ਕਰ ਰਹੇ ਸਨ, ਬਹੁਤ ਵਧੀਆ ਗੱਲਾਂ ਚੱਲ ਰਹੀਆਂ ਸੀ, ਬੜੇ ਖੁਸ਼ ਸਨ। ਤੇ ਇੱਕ ਨੇ ਦੂਜੇ ਤੋਂ ਪੁੱਛਿਆ ਕਿ ਭਾਈ ਸਾਹਿਬ ਕੰਮ ਕੀ ਕਰਦੇ ਹੋ, ਜੌਬ ਕੀ ਹੈ? ਉਹ ਕਹਿਣ ਲੱਗਾ ਬਸ ਇਹ ਗੱਲ ਨਾ ਪੁੱਛ, ਜੌਬ ਬਾਰੇ ਨਾ ਪੁੱਛ। ਕਹਿੰਦਾ ਕਿਉਂ? ਕਹਿੰਦਾ ਗੱਲ ਬਹੁਤ ਵਧੀਆ ਚੱਲ ਰਹੀ ਹੈ ਮੇਰੀ ਤੇਰੀ, ਇਹਦਾ ਰਸ ਖਤਮ ਹੋ ਜਾਏਗਾ ਜੇ ਜੌਬ ਬਾਰੇ ਪੁੱਛੇਗਾ, ਰਸ ਖਤਮ ਹੋ ਜਾਏਗਾ। ਕਹਿਣ ਲੱਗਾ ਕਿਉਂ? ਕਹਿਣ ਲੱਗਾ ਗੱਲ ਇਹ ਹੈ ਕਿ ਹੁਣ ਸਾਡਾ ਕਿੰਨੇ ਪਿਆਰ ਦੇ ਨਾਲ ਗੱਲ ਚੱਲੀ ਜਾ ਰਹੀ ਹੈ ਨਾ, ਤੇ ਜੇ ਮੈਂ ਤੈਨੂੰ ਕਹਿ ਦਿੱਤਾ ਕਿ ਮੈਂ ਤੇ ਐਸਪੀ ਹਾਂ, ਮੈਂ ਐਸਪੀ ਲੱਗਾ ਹਾਂ, ਤੇ ਤੂੰ ਝਿਜਕ ਜਾਣਾ ਹੈ, ਤੂੰ ਗੱਲਬਾਤ ਬਦਲ ਜਾਣੀ, ਤੇਰੀ ਹੁਣੇ ਹੀ ਬਦਲ ਜਾਣੀ, ਤੂੰ ਝਿਜਕੇਗਾ। ਤੇ ਜੇ ਮੈਂ ਕਹਿ ਦਿੱਤਾ ਕਿ ਮੈਂ ਤੇ ਸਕੂਲੇ ਚਪੜਾਸੀ ਹਾਂ, ਤੂੰ ਮੇਰੇ ਸਿਰ ਤੇ ਚੜੇਗਾ। ਇਸ ਲਈ ਜੌਬ ਨੂੰ ਛੱਡ ਪਰਾਂ, ਜੌਬ ਦਾ ਕੀ ਕਰਨਾ, ਤੂੰ ਗੱਲਬਾਤ ਚੱਲ ਰਹੀ ਬੜੇ ਪਿਆਰ ਦੀ, ਪਿਆਰ ਬਣਿਆ ਰਹੇਗਾ। ਠੀਕ ਹੈ ਨਾ? ਸਾਰੇ ਬੰਦੇ ਆ, ਜੌਬ ਹੈ ਕਿਸੇ ਦੀ ਦੂਜੀ ਪਦਵੀ ਤੇ ਕਿਸੇ ਦੀ, ਉਹਦੇ ਵਿੱਚ ਸਮਝਣ ਦੀ ਕੀ ਲੋੜ ਹੈ ਕਿ ਮੈਂ ਵੱਡਾ, ਦੂਜਾ ਜੌਬ ਹੈ, ਕਰਨੀ ਹੈ, ਕਰ ਰਹੇ ਹਾਂ। ਤਾਂ ਜੋ ਸਚਿਆਰ ਪੁਰਸ਼ ਹੈ ਉਹ ਹੰਕਾਰ ਵਾਲੀ ਮੱਤ ਨੂੰ ਤਿਆਗ ਦਿੰਦਾ ਹੈ, ਨਾ ਉਹਦੇ ਅੰਦਰ ਇਨਫੀਰੀਅਰਿਟੀ ਕੰਪਲੈਕਸ, ਨਾ ਉਹਦੇ ਅੰਦਰ ਸੁਪਰੀਅਰਿਟੀ ਕੰਪਲੈਕਸ। ਉਹ ਸਵਾਭਿਮਾਨੀ ਹੁੰਦਾ ਹੈ ਕਿ ਮੈਂ ਕਰ ਸਕਦਾ ਹਾਂ, ਮੈਂ ਕਰ ਰਿਹਾ ਹਾਂ, ਮੈਂ ਰੱਬ ਦੀ ਇੱਕ ਸਪੈਸ਼ਲ ਕ੍ਰੀਏਸ਼ਨ ਹਾਂ, ਮੇਰੇ ਅੰਦਰ ਸਾਰੀਆਂ ਸੰਭਾਵਨਾਵਾਂ ਨੇ, ਪੋਸਿਬਿਲਿਟੀਜ਼ ਨੇ। ਪੋਜ਼ਿਟਿਵ ਸੋਚਦਾ। ब्रह्म ज्ञानी कै मन परमानंद। जो सचियार पुरुष है उसके घर दे अंदर, मन दे अंदर परम आनंद बनया रहिंदा है, प्रसन्नता हुंदी हमेशा। वो परम आनंद दे विच है, बड़ी वड्डी खुशी विच। ते आनंद मन की एक अवस्था है, स्टेज है, साडी सोच है। मन की ऐसी स्टेज जिथे मेर तेर दे वितकरे नहीं, जिथे होमे हंकार नहीं, जिथे अज्ञानता नहीं, जिथे सैल्फिशनैस नहीं, जिथे कॉमन सेंस है, जिथे सब दे अंदर एक रब दिसता है, उस अवस्था का नाम आनंद है। आनंद सुनो वडभागी हो सगल मनोरथ पूरे, जिथे आसावां तृष्णावां मुक जांदियां ने। आनंद सुनो वडभागी हो सगल मनोरथ पूरे, पार ब्रह्म प्रभ पाया, जिथे बंदा रब दे विच लीन हो जांदा है। उतरे सगल विसूरे, जिथे सारे झोरे काड़े अंदेशे लै जांदे ने।
ਤਾਂ ਜੋ ਸਚਿਆਰ ਪੁਰਸ਼ ਹੈ, ਬ੍ਰਹਮਵੇਤਾ ਹੈ, ਉਹਦੇ ਮਨ ਦੇ ਅੰਦਰ ਪਰਮ ਆਨੰਦ ਬਣਿਆ ਰਹਿੰਦਾ ਹੈ। ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ। ਜੋ ਬ੍ਰਹਮਵੇਤਾ ਹੈ ਉਹਦੇ ਹਿਰਦੇ ਰੂਪੀ ਘਰ ਦੇ ਅੰਦਰ ਹਮੇਸ਼ਾ ਖੁਸ਼ੀਆਂ ਨੇ, ਉਹਦੇ ਜੀਵਨ ਵਿੱਚ ਖੁਸ਼ੀਆਂ ਨੇ, ਜਿੱਧਰ ਵੀ ਵੇਖਦਾ ਹੈ ਖੁਸ਼ੀਆਂ ਨੇ, ਜਿੱਥੇ ਵੀ ਜਾਂਦਾ ਹੈ ਖੁਸ਼ ਹੈ। ਜਿਹ ਜਾਈਏ ਤਾਂ ਸੁਹੇਲੇ, ਜਿੱਥੇ ਵੀ ਜਾਂਦਾ ਖੁਸ਼ ਹੈ। ਝੌਂਪੜੀ ਵਿੱਚ ਹੈ ਤਾਂ ਖੁਸ਼ ਹੈ, ਮਹਿਲਾਂ ਵਿੱਚ ਤਾਂ ਖੁਸ਼ ਹੈ। ਗਰੀਬੀ ਹੈ ਤਾਂ ਖੁਸ਼ ਹੈ, ਅਮੀਰੀ ਆ ਗਈ ਤਾਂ ਖੁਸ਼ ਹੈ। ਜੇ ਕੁਛ ਮਿਲ ਗਿਆ ਹੈ, ਪ੍ਰਾਪਤੀ ਹੋਈ ਹੈ ਤਾਂ ਵੀ ਖੁਸ਼ ਹੈ, ਤੇ ਜੇ ਕੁਛ ਚਲਾ ਗਿਆ ਹੈ ਤਾਂ ਵੀ ਖੁਸ਼ ਹੈ, ਕਿਉਂਕਿ ਹੁਕਮ ਹੈ ਨਾ, ਸਿਸਟਮ ਦੇ ਅੰਦਰ ਸਾਰਾ ਕੁਝ ਆ ਜਾ ਰਿਹਾ ਹੈ। ਉਹਨੇ ਰੱਬੀ ਰਜਾ ਨੂੰ, ਰੱਬੀ ਸਿਸਟਮ ਨੂੰ ਸਮਝ ਲਿਆ, ਤਾਂ ਉਹਦੇ ਘਰ ਵਿੱਚ ਆਨੰਦ ਬਣਿਆ ਰਹਿੰਦਾ। ਦੇਖੋ ਹੁਣ ਜੇ ਇਹਨਾਂ ਗੱਲਾਂ ਨੂੰ ਕੋਈ ਵੀ ਬੰਦਾ, ਕੋਈ ਵੀ ਪਰਿਵਾਰ ਦੇ ਲੋਕ ਅਪਣਾ ਲੈਣ ਤਾਂ ਉਹਨਾਂ ਦੇ ਘਰ ਵਿੱਚ ਆਨੰਦ ਹੋ ਸਕਦਾ ਹੈ, ਖੁਸ਼ੀ ਹੋ ਸਕਦੀ ਹੈ। ਹੁਣ ਮੈਂ ਗੱਲਾਂ ਕਰ ਰਿਹਾ ਨਾ, ਤੁਸੀਂ ਕਿੰਨੇ ਪਿਆਰ ਨਾਲ ਸੁਣ ਰਹੇ ਹੋ। ਜੇ ਮੇਰੇ ਪਰਿਵਾਰ ਦੇ ਮੈਂਬਰ ਇਹਨਾਂ ਚੀਜ਼ਾਂ ਨੂੰ ਅਪਣਾ ਲੈਣ ਤਾਂ ਸਾਡੇ ਘਰ ਵਿੱਚ ਖੁਸ਼ੀ ਹੋ ਸਕਦੀ ਹੈ। ਪਰ ਜੇ ਸਾਡੇ ਪਰਿਵਾਰ ਦੇ ਮੈਂਬਰ ਇਹਨਾਂ ਗੱਲਾਂ ਨੂੰ ਨਹੀਂ ਅਪਣਾਉਣਗੇ ਤਾਂ ਸਾਡੇ ਘਰ ਕਲੇਸ਼ ਰਹੇਗਾ। ਇਹਦਾ ਮਤਲਬ ਇਹ ਨਹੀਂ ਕਿ ਮੈਂ ਕਥਾਵਾਚਕ ਹਾਂ ਤੇ ਮੇਰੇ ਘਰ ਵਿੱਚ ਕਲੇਸ਼ ਨਹੀਂ ਪਵੇਗਾ ਕਿ ਭਾਈ ਜੀ ਤੇ ਇੰਨੀ ਸੋਹਣੀ ਕਥਾ ਕਰਦੇ ਨੇ। ਕਥਾ ਕਰਨ ਨਾਲ ਕੀ ਹੋਏਗਾ? ਕੁਛ ਵੀ ਨਹੀਂ। ਸਾਰੇ ਪਰਿਵਾਰ ਦੇ ਜੀ ਇਹਨਾਂ ਤੇ ਅਮਲ ਕਰਨਗੇ ਤਾਂ ਹੀ ਹੈ ਨਾ। ਜੇ ਮੈਂ ਆਪ ਅਮਲ ਕਰਾਂਗਾ ਤਾਂ ਹੀ ਹੈ ਨਾ। ਜੇ ਮੇਰੀ ਜ਼ਿੰਦਗੀ ਵਿੱਚ ਅਮਲ ਨਹੀਂ ਤਾਂ ਫਿਰ ਨਹੀਂ। ਇਹ ਜਿਹੜਾ ਵੀ ਕਰੇਗਾ, ਜੇ ਮੈਂ ਅਪਣਾ ਲਵਾਂਗਾ ਮੈਂ ਖੁਸ਼ ਹਾਂ, ਜੇ ਤੁਸੀਂ ਅਪਣਾ ਲਓਗੇ ਤੁਸੀਂ ਖੁਸ਼ ਹੋ। ਯਾਨੀ ਜਿਸ ਵੀ ਪਰਿਵਾਰ ਦੇ ਮੈਂਬਰ ਇਹਨਾਂ ਗੁਣਾਂ ਦੇ ਧਾਰਨੀ ਹੋ ਜਾਣਗੇ, ਹਕੀਕਤ ਹੈ, ਗਾਰੰਟੀ ਹੈ, ਉਹਨਾਂ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਆ ਸਕਦੀ ਹੈ। ਅਗਲਾ ਬਚਨ ਕਰਦੇ ਨੇ, ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ। ਸਹਿਜ ਦਾ ਮਤਲਬ ਅਡੋਲਤਾ। ਸਹਿਜ ਦਾ ਸੁਖ ਜੋ ਅਸਲ ਆਤਮਿਕ ਸੁਖ ਹੈ। ਤਾਂ ਜੋ ਬ੍ਰਹਮਵੇਤਾ ਹੈ, ਸਚਿਆਰ ਪੁਰਸ਼ ਹੈ, ਜਿਹਦੇ ਮਨ ਵਿੱਚ ਵੀ ਸੱਚ ਹੈ, ਜਿਹਦੀ ਸ਼ਬਦਾਵਲੀ ਸੱਚੀ ਹੈ, ਬੋਲ ਬਾਣੀ, ਜਿਹਦਾ ਵਿਹਾਰ ਸੱਚਾ ਹੈ, ਉਹ ਹਮੇਸ਼ਾ ਸੁਖ ਔਰ ਸ਼ਾਂਤੀ ਦੇ ਵਿੱਚ ਟਿਕਿਆ ਰਹਿੰਦਾ ਹੈ। ਉਹਦਾ ਨਿਵਾਸ, ਉਹਦਾ ਵਾਸਾ ਸੁਖ ਵਿੱਚ ਔਰ ਸ਼ਾਂਤੀ ਵਿੱਚ ਹੁੰਦਾ ਹੈ। ਉਹ ਸੁਖ ਸ਼ਾਂਤੀ ਦੇ ਅੰਦਰ ਟਿਕਿਆ ਹੋਇਆ ਹੈ, ਹਮੇਸ਼ਾ ਟਿਕਿਆ ਹੋਇਆ ਹੈ, ਕਿਉਂਕਿ ਉਹਦੇ ਮਨ ਵਿੱਚ ਵਿਕਾਰ ਹੈ ਹੀ ਨਹੀਂ, ਰਜਾ ਤੋਂ ਉਲਟ ਕੁਛ ਹੈ ਹੀ ਨਹੀਂ। ਸ਼ੁਭ ਗੁਣ ਨੇ, ਤੇ ਜਿੱਥੇ ਗੁਣ ਨੇ ਉਹ ਹਮੇਸ਼ਾ ਸ਼ਾਂਤੀ ਦੇ ਅੰਦਰ ਟਿਕਿਆ ਹੋਇਆ ਹੈ। ਔਰ ਜਿਨ੍ਹਾਂ ਨੇ ਇਸ ਆਨੰਦ ਨੂੰ ਮਾਣਿਆ, ਉਹਨਾਂ ਤੱਤੀ ਤਵੀ ਤੇ ਬਹਿ ਕੇ ਵੀ ਮਾਣਿਆ, ਉਹਨਾਂ ਉਬਲਦੀ ਦੇਗ ਵਿੱਚ ਵੀ ਮਾਣਿਆ, ਚਰਖੜੀ ਦੇ ਉੱਤੇ ਤੂੰਬੇ ਤੂੰਬੇ ਉੱਡਦਿਆਂ ਵੀ ਮਾਣਿਆ, ਤੇ ਬੱਚਿਆਂ ਦੇ ਟੁਕੜੇ ਗਲਿਆਂ ਦੇ ਹਾਰ ਬਣਵਾ ਕੇ ਵੀ ਮਾਣਿਆ, ਕਿਉਂਕਿ ਉਹ ਹੈ ਹੀ ਸੁਖ ਸਹਿਜ ਦੇ ਵਿੱਚ ਨੇ। ਉਹਨਾਂ ਦਾ ਜੀਵਨ ਦਾ ਆਦਰਸ਼ ਹੀ ਬੜਾ ਉੱਚਾ ਹੈ, ਉਹਨਾਂ ਦਾ ਗੋਲ ਬੜਾ ਉੱਚਾ ਹੈ, ਉਹਨਾਂ ਦੀ ਸੋਚ ਬੜੀ ਉੱਚੀ ਹੈ। ਉਹਨਾਂ ਦੇ ਮਨ ਦੇ ਅੰਦਰ ਕੋਈ ਵਿਕਾਰ ਦਾ ਫੁਰਨਾ ਵੀ ਨਹੀਂ ਹੈ। ਤੇ ਜਿੱਥੇ ਕੋਈ ਵਿਕਾਰਾਂ ਦਾ ਫੁਰਨਾ ਨਹੀਂ, ਜਿੱਥੇ ਕੇਵਲ ਸ਼ੁਭ ਗੁਣ ਨੇ, ਉੱਥੇ ਸੁਖ ਔਰ ਸ਼ਾਂਤੀ ਹੈ। ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੋ ਬ੍ਰਹਮਵੇਤਾ ਹੈ ਨਾ, ਉਹਦੀ ਇਸ ਆਤਮਿਕ ਅਵਸਥਾ ਦਾ ਵਿਨਾਸ਼ ਨਹੀਂ ਹੁੰਦਾ। ਉਸ ਬੰਦੇ ਦੀ ਕਦੇ ਆਤਮਿਕ ਮੌਤ ਨਹੀਂ ਹੁੰਦੀ, ਉਹਦੇ ਅੰਦਰੋਂ ਕਦੇ ਵੀ ਇਨਸਾਨੀਅਤ ਨਹੀਂ ਮਰਦੀ। ਬ੍ਰਹਮ ਗਿਆਨੀ, ਬ੍ਰਹਮ ਕਾ ਬੇਤਾ, ਬੇਤਾ ਦਾ ਮਤਲਬ ਮਹਿਰਮ, ਜਾਣਨ ਵਾਲਾ, ਵਾਕਿਫ, ਜੋ ਸੱਚ ਨੂੰ ਆਧਾਰ ਬਣਾਉਣ ਵਾਲਾ ਹੈ, ਜਿਸ ਦੇ ਮਨ ਅੰਦਰ, ਮੁਖ ਵਿੱਚ ਔਰ ਜਿਹਦੇ ਵਿਹਾਰ ਵਿੱਚ ਸੱਚ ਹੈ, ਉਹ ਬ੍ਰਹਮ ਨੂੰ ਜਾਣਨ ਵਾਲਾ ਹੈ। ਉਹਦੀ ਬ੍ਰਹਮ ਦੇ ਨਾਲ ਜਾਣ ਪਛਾਣ ਹੈ। ਤਾਂ ਬ੍ਰਹਮ ਨੂੰ ਜਾਣਨ ਵਾਲਾ ਕੌਣ ਹੈ? ਜਿਹਨੇ ਸੱਚ ਨੂੰ ਜਾਣ ਲਿਆ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਇ। ਜਿਹਦੇ ਮਨ ਵਿੱਚ ਵੀ ਸੱਚ ਹੈ, ਜਿਹਦੇ ਮੁਖ ਵਿੱਚ ਵੀ ਸੱਚ ਹੈ, ਜਿਹਦੇ ਵਿਹਾਰ ਵਿੱਚ ਵੀ ਸੱਚ ਹੈ, ਉਹ ਬ੍ਰਹਮ ਨੂੰ ਜਾਣਨ ਵਾਲਾ ਹੈ। ਬ੍ਰਹਮ ਗਿਆਨੀ ਏਕ ਸੰਗ ਹੇਤਾ, ਹੇਤਾ ਦਾ ਮਤਲਬ ਪਿਆਰ। ਜੋ ਬ੍ਰਹਮਵੇਤਾ ਹੈ, ਸਚਿਆਰ ਪੁਰਸ਼ ਹੈ, ਉਹ ਇੱਕ ਦੇ ਨਾਲ ਪਿਆਰ ਕਰਦਾ ਹੈ। ਉਹਦਾ ਇੱਕ ਦੇ ਨਾਲ ਪਿਆਰ ਹੈ, ਸਭ ਨਾਲ ਇੱਕੋ ਜਿਹਾ ਪਿਆਰ, ਸਭ ਨਾਲ ਇੱਕੋ ਜਿਹਾ ਉਹਦਾ ਵਿਵਹਾਰ,
ਉਹਦਾ ਦੇਵੀਆਂ ਦੇਵਤੇ ਕਬਰਾਂ ਪੀਰਾਂ ਮੜੀਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਬ੍ਰਹਮ ਗਿਆਨੀ ਕਹਿ ਹੋਏ ਅਚਿੰਤ। ਅਚਿੰਤ ਦਾ ਮਤਲਬ ਬੇਫਿਕਰੀ। ਜੋ ਬ੍ਰਹਮ ਵੇਤਾ ਹੈ, ਜਿਹਦੇ ਮਨ ਵਿੱਚ ਵੀ, ਮੁਖ ਵਿੱਚ ਵੀ, ਵਿਹਾਰ ਵਿੱਚ ਵੀ ਸੱਚ ਹੈ, ਜੋ ਮਨ ਬਚਨ ਕਰਮ ਕਰਕੇ ਸੱਚਾ ਹੈ, ਉਹਦੇ ਮਨ ਵਿੱਚ ਸਦਾ ਬੇਫਿਕਰੀ ਰਹਿੰਦੀ ਹੈ। ਉਹ ਚਿੰਤਾ ਰੋਗ ਦੇ ਨਾਲ ਗ੍ਰਸਤ ਨਹੀਂ ਹੁੰਦਾ, ਉਹਨੂੰ ਕੋਈ ਚਿੰਤਾ ਨਹੀਂ ਹੁੰਦੀ। ਰੀਜਨ, ਉਹਨੂੰ ਪਤਾ ਹੁੰਦਾ ਹੈ ਕਿ ਚਿੰਤਾ ਤੇ ਉਸ ਚੀਜ਼ ਦੀ ਹੁੰਦੀ ਹੈ ਜਿਹੜੀ ਹੁਕਮ ਤੋਂ ਬਾਹਰ ਹੋਵੇ, ਅਨਹੋਣੀ ਕੋਈ ਗੱਲ ਹੋਵੇ। ਚਿੰਤਾ ਤਾਂ ਕੀ ਕੀਜੀ ਹੈ ਜੋ ਅਨਹੋਣੀ ਹੋਏ। ਤੇ ਜੋ ਸੱਚ ਨੂੰ ਜਾਣਨ ਵਾਲਾ ਹੈ, ਉਹਨੂੰ ਪਤਾ ਹੈ ਕਿ ਸਿਸਟਮ ਤੋਂ ਬਾਹਰ ਕੁਝ ਹੋ ਹੀ ਨਹੀਂ ਸਕਦਾ, ਹੁਕਮ ਤੋਂ ਬਾਹਰ ਕੁਝ ਹੁੰਦਾ ਹੀ ਨਹੀਂ। ਇਸ ਲਈ ਮੈਨੂੰ ਫਿਕਰ ਕਾਹਦਾ, ਹੁਕਮ ਤੋਂ ਬਾਹਰ ਕੁਝ ਹੋਣਾ ਹੀ ਨਹੀਂ ਹੈ। ਉਹਦੇ ਅੰਦਰ ਬੇਫਿਕਰੀ ਹੈ। ਬ੍ਰਹਮ ਗਿਆਨੀ ਕਾ ਨਿਰਮਲ ਮੰਤ। ਮੰਤ ਦਾ ਮਤਲਬ ਉਪਦੇਸ਼, ਨਿਰਮਲ ਦਾ ਮਤਲਬ ਪਵਿੱਤਰ, ਮੰਤ ਦਾ ਮਤਲਬ ਉਪਦੇਸ਼, ਸੋਚ। ਜੋ ਸਚਿਆਰ ਪੁਰਸ਼ ਹੈ, ਉਸ ਦੀ ਸੋਚ ਪਵਿੱਤਰ ਹੈ, ਉਹਦਾ ਜੀਵਨ ਪਵਿੱਤਰ ਹੈ। ਉਹ ਜੇ ਕਿਸੇ ਨੂੰ ਸਲਾਹ ਦੇਵੇਗਾ ਤੇ ਸੱਚੀ ਸਲਾਹ ਦੇਵੇਗਾ, ਪਵਿੱਤਰ ਸਲਾਹ ਦੇਵੇਗਾ। ਉਪਦੇਸ਼ ਕਰੇਗਾ, ਸੱਚਾ ਉਪਦੇਸ਼ ਦੇਵੇਗਾ। ਝੂਠ ਫਰੇਬ ਦੇ ਨਾਲ ਨਹੀਂ ਜੋੜੇਗਾ, ਅੰਧ ਵਿਸ਼ਵਾਸਾਂ ਨਾਲ ਨਹੀਂ ਜੋੜੇਗਾ। ਸੱਚੀ ਗੱਲ ਕਹੇਗਾ, ਸੱਚ ਦੇ ਨਾਲ ਜੋੜੇਗਾ, ਕਿਉਂਕਿ ਉਹਦਾ ਜੀਵਨ ਹੀ ਸੱਚਾ ਹੈ। ਉਹਦਾ ਜੀਵਨ ਸੱਚਾ ਹੈ, ਉਹਦੀ ਸੋਚ ਸੱਚੀ ਹੈ, ਉਹਦੇ ਬੋਲ ਸੱਚੇ ਨੇ, ਉਹਦਾ ਵਿਹਾਰ ਸੱਚਾ ਹੈ। ਇਸ ਲਈ ਉਹਦੀ ਗੱਲਬਾਤ ਵੀ ਸੱਚੀ ਹੋਵੇਗੀ, ਉਹਦਾ ਉਪਦੇਸ਼ ਵੀ ਸੱਚਾ ਹੋਵੇਗਾ। ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ। ਹੁਣ ਗੁਰੂ ਜੀ ਕਹਿੰਦੇ ਨੇ ਬ੍ਰਹਮ ਵੇਤਾ ਉਹ ਬਣਦਾ ਜਿਹਨੂੰ ਪ੍ਰਭੂ ਆਪ ਬਣਾਉਂਦਾ ਹੈ। ਤੇ ਆਪ ਕਿਹਨੂੰ ਬਣਾਉਂਦਾ ਹੈ? ਜੋ ਪ੍ਰਭੂ ਦੀ ਸ਼ਰਨ ਵਿੱਚ ਆਏਗਾ। ਜੇ ਮੈਂ ਜਾ ਕੇ ਗੁਰੂ ਨੂੰ ਆਖਾਂ ਕਿ ਪਿਛਲੇ ਔਗਣ ਬਖਸ਼ ਲੈ ਪ੍ਰਭ, ਆਗੇ ਮਾਰਗ ਪਾਵੇ ਕਿ ਸਤਿਗੁਰੂ ਰਹਿਮਤ ਕਰੋ, ਮੇਰੇ ਪਿਛਲੇ ਔਗਣ ਬਖਸ਼ ਕੇ ਮੈਨੂੰ ਅੱਗੋਂ ਤੋਂ ਰਾਹ ਤੇ ਪਾਓ, ਤਾਂ ਸਤਿਗੁਰੂ ਤਾਂ ਹੀ ਮੈਨੂੰ ਰਾਹ ਤੇ ਪਾਏਗਾ ਨਾ। ਤੇ ਜੇ ਮੈਂ ਚੱਲਣਾ ਨਾ ਚਾਹਾਂ ਫਿਰ ਤਾਂ ਬਾਤ ਨਹੀਂ ਬਣੇਗੀ ਨਾ। ਤਾਂ ਜੋ ਪ੍ਰਭੂ ਦੀ ਸ਼ਰਨ ਵਿੱਚ ਆਉਂਦਾ ਹੈ, ਪ੍ਰਭੂ ਉਹਨੂੰ ਬ੍ਰਹਮ ਨੂੰ ਜਾਣਨ ਵਾਲਾ ਬਣਾਉਂਦਾ ਹੈ, ਭਾਵ ਉਹਨਾਂ ਰਾਹਾਂ ਤੇ ਤੋਰਦਾ ਹੈ। ਬ੍ਰਹਮ ਗਿਆਨੀ ਕਾ ਬੜ ਪ੍ਰਤਾਪ। ਪ੍ਰਤਾਪ ਦਾ ਮਤਲਬ ਨਾਮਣਾ, ਬੜ ਦਾ ਮਤਲਬ ਵੱਡਾ, ਤੇਜ, ਪ੍ਰਤਾਪ। ਤਾਂ ਜੋ ਬ੍ਰਹਮ ਵੇਤਾ ਹੈ, ਜੋ ਸਚਿਆਰ ਪੁਰਸ਼ ਹੈ, ਜਿਹਦੇ ਮਨ ਮੁਖ ਵਿਹਾਰ ਦੇ ਅੰਦਰ ਸੱਚ ਹੈ, ਉਹ ਬੜੇ ਪ੍ਰਤਾਪ ਵਾਲਾ ਹੋ ਜਾਂਦਾ ਹੈ, ਬੜੇ ਨਾਮਣੇ ਵਾਲਾ ਹੋ ਜਾਂਦਾ ਹੈ। ਉਹਦੀ ਪ੍ਰਸਿੱਧੀ ਹੋ ਜਾਂਦੀ ਹੈ, ਉਹਨੂੰ ਲੋਕ ਆਦਰ ਸਤਿਕਾਰ ਦਿੰਦੇ ਨੇ। ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ। ਬੜ ਭਾਗੀ ਦਾ ਮਤਲਬ ਵੱਡੇ ਭਾਗਾਂ ਨਾਲ। ਬ੍ਰਹਮ ਗਿਆਨੀ ਦਾ ਮਤਲਬ ਜੋ ਸਚਿਆਰ ਪੁਰਸ਼ ਹੈ, ਜਿਹਦੇ ਮਨ ਵਿੱਚ ਵੀ ਸੱਚ ਹੈ, ਮੁਖ ਵਿੱਚ ਸੱਚ ਹੈ, ਜਿਹਦੇ ਵਿਹਾਰ ਵਿੱਚ ਸੱਚ ਹੈ, ਜੋ ਮਨ ਬਚਨ ਕਰਮ ਕਰਕੇ ਸੱਚਾ ਹੈ, ਉਹਦਾ ਦਰਸ਼ ਵੱਡੇ ਭਾਗਾਂ ਨਾਲ ਮਿਲਦਾ ਹੈ। ਯਾਨੀ ਖੁਸ਼ਕਿਸਮਤ ਨੇ ਉਹ ਲੋਕ ਜਿਨ੍ਹਾਂ ਨੂੰ ਐਸੇ ਸੱਜਣਾ ਮਿੱਤਰਾਂ ਦਾ ਸੰਗ ਮਿਲਿਆ ਹੈ। ਇਹੋ ਜਿਹੇ ਲੋਕ ਹਰ ਥਾਂ ਤੇ ਥੋੜਾ ਮਿਲਦੇ ਨੇ, ਹੈਨ ਵਿਰਲੇ ਨਾ ਹੀ ਕਨੇ। ਇਹ ਨਹੀਂ ਕਿ ਨਹੀਂ ਹੈ ਨੇ, ਪਰ ਵਿਰਲੇ ਨੇ ਨਾ। ਤਾਂ ਜੇ ਇਹੋ ਜਿਹਾ ਕੋਈ ਇਨਸਾਨ ਮਿਲ ਜਾਏ ਸੰਗਤ ਕਰਨ ਵਾਸਤੇ, ਤੇ ਅਸੀਂ ਕਵਾਂਗੇ ਨਾ ਵੱਡੇ ਭਾਗ ਨੇ, ਯਾਰ ਖੁਸ਼ਕਿਸਮਤੀ ਹੈ। ਪਹਿਲੀ ਗੱਲ। ਹੁਣ ਦੇਖੋ, ਜੇ ਸਾਨੂੰ ਇਹੋ ਜਿਹਾ ਕੋਈ ਇਨਸਾਨ ਨਹੀਂ ਮਿਲਿਆ ਤੇ ਸਾਨੂੰ ਕੀ ਕਰਨਾ ਚਾਹੀਦਾ? ਸਾਨੂੰ ਕੀ ਕਰਨਾ ਚਾਹੀਦਾ? ਸਾਨੂੰ ਆਪ ਇਹੋ ਜਿਹੇ ਬਣਨੇ ਚਾਹੀਦੇ ਨਾ, ਬਣਨਾ ਚਾਹੀਦਾ ਕਿ ਸਾਨੂੰ ਨਹੀਂ ਮਿਲਿਆ ਪਰ ਕਿਸੇ ਦੀ ਖੋਜ ਪੂਰੀ ਹੋ ਜਾਏ। ਅਸੀਂ ਐਸੇ ਹੋ ਸਕਦੇ ਹਾਂ। ਗੁਰੂ ਦੇ ਦੱਸੇ ਰਾਹਾਂ ਤੇ ਕੋਈ ਵੀ ਇਨਸਾਨ ਚੱਲ ਸਕਦਾ ਹੈ, ਮੈਂ ਚੱਲ ਸਕਦਾ, ਤੁਸੀਂ ਚੱਲ ਸਕਦੇ ਹੋ। ਸੱਚੀ ਜ਼ਿੰਦਗੀ ਅਸੀਂ ਜੀ ਸਕਦੇ ਹਾਂ, ਜੀਣ ਦੀ ਟਰਾਈ ਕਰਨੀ ਚਾਹੀਦੀ ਹੈ। ਬ੍ਰਹਮ ਗਿਆਨੀ ਕੋ ਬਲ ਬਲ ਜਾਈਏ। ਜੋ ਸਚਿਆਰ ਪੁਰਸ਼ ਹੈ, ਉਹਦੇ ਤੋਂ ਸਦਕੇ ਵਾਰਨੇ ਜਾਣਾ ਚਾਹੀਦਾ, ਭਾਵ ਉਹਦਾ ਆਦਰ ਕਰਨਾ ਚਾਹੀਦਾ। ਤੇ ਇੱਥੇ ਇਹ ਚੀਜ਼ ਸਮਝ ਲੈਣਾ, ਬ੍ਰਹਮ ਗਿਆਨੀ ਦਾ ਮਤਲਬ ਕੋਈ ਚੋਲੇ ਵਾਲਾ ਬੰਦਾ ਨਹੀਂ ਹੈ। ਇੱਥੇ ਕਿਸੇ ਸਪੈਸ਼ਲ ਬੰਦੇ ਦੀ ਇਹੋ ਜਿਹੀ ਗੱਲ ਨਹੀਂ ਕੀਤੀ ਕਿ ਜਿਹਨੇ ਬਾਣਾ ਵੱਖਰਾ ਪਾਇਆ ਹੈ। ਅੱਜ ਅਸੀਂ ਜਿਹੜੀ ਇੱਕ ਭੁੱਲ ਕਰ ਬੈਠੇ ਹਾਂ ਨਾ ਦੁਨੀਆ ਅੰਦਰ, ਉਹ ਇਹ ਹੈ ਕਿ ਅਸੀਂ ਪਹਿਨਾਵੇ ਦੇ ਨਾਲ ਬ੍ਰਹਮ ਗਿਆਨੀ ਸ਼ਬਦ ਜੋੜ ਬੈਠੇ ਹਾਂ। ਅਸੀਂ ਸਮਝ ਬੈਠੇ ਹਾਂ ਕਿ ਜਿਹਨੇ ਚੋਲਾ ਪਾਇਆ ਹੈ
ਜਿਹਦਾ ਪਹਿਨਾਵਾ ਵੱਖਰਾ ਹੈ, ਜੋ ਇਸ ਘਰ-ਬਾਰ ਨੂੰ ਛੱਡ ਗਿਆ, ਸਿਰਫ ਉਹ ਹੀ ਬ੍ਰਹਮ ਗਿਆਨੀ ਹੈ। ਇਹ ਬਹੁਤ ਵੱਡੀ ਭੁੱਲ ਹੈ। ਗੱਲ ਤਾਂ ਸਿਰਫ ਇੰਨੀ ਹੈ ਸਮਝਣ ਵਾਲੀ ਕਿ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇਹ ਚੀਜ਼ ਯਾਦ ਰੱਖਣ ਵਾਲੀ ਹੈ। ਹਰ ਲਾਈਨ ਦੇ ਨਾਲ ਇਸ ਲਾਈਨ ਨੂੰ, ਸ਼ਲੋਕ ਨੂੰ ਲਾ ਕੇ ਅਰਥ ਕਰਨਾ ਹੈ। ਬ੍ਰਹਮ ਨੂੰ ਜਾਣਨ ਵਾਲਾ ਕੌਣ ਹੈ ਜੀ? ਜਿਹਦੇ ਮਨ ਵਿੱਚ ਵੀ ਸੱਚ ਹੈ, ਜਿਹਦੇ ਮੁਖ ਵਿੱਚ ਵੀ ਸੱਚ ਹੈ, ਜਿਹਦੇ ਵਿਹਾਰ ਵਿੱਚ ਵੀ ਸੱਚ ਹੈ, ਜੋ ਰੱਬੀ ਰਜਾ ਦੇ ਅੰਦਰ ਤੁਰ ਰਿਹਾ ਹੈ। ਤੇ ਐਸਾ ਸਚਿਆਰ ਪੁਰਸ਼ ਕੋਈ ਪੈਂਟ ਸ਼ਰਟ ਵਾਲਾ ਵੀ ਹੋ ਸਕਦਾ ਹੈ। ਕਹਿਣ ਤੋਂ ਭਾਵ ਕਿ ਇੱਥੇ ਕਿਸੇ ਚੋਲੇ ਦੀ, ਕਿਸੇ ਖਾਸ ਪਹਿਨਾਵੇ ਦੀ ਗੱਲ ਨਹੀਂ ਹੈ। ਇਹ ਖਾਸ ਧਿਆਨ ਰੱਖਣ ਵਾਲੀ ਗੱਲ ਹੈ। ब्रह्म ज्ञानी को खोजे महेश्वर, महेश्वर का मतलब महा ईश्वर शिव। जो ब्रह्म ਨੂੰ ਜਾਣਨ ਵਾਲਾ ਹੈ, ਸੱਚਿਆਰ ਪੁਰਸ਼ ਹੈ, ਉਹਨੂੰ ਮਹੇਸ਼ ਵਰਗੇ, ਸ਼ਿਵ ਵਰਗੇ ਵੀ ਭਾਲਦੇ ਨੇ ਕਿ ਸਾਨੂੰ ਮਿਲੇ। ਭਾਵ ਕਿ ਉਹ ਵੀ ਉਹਦਾ ਆਦਰ ਕਰਦੇ ਨੇ, ਉਹ ਉਹਨਾਂ ਤੋਂ ਵੀ ਵੱਡਾ ਹੈ ਜੋ ਸੱਚਿਆਰ ਹੈ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਬ੍ਰਹਮ ਗਿਆਨੀ ਆਪ ਹੀ ਹੈ ਰੱਬ। ਆਪਣੇ ਆਪ ਨੂੰ ਜਾਣਨ ਵਾਲਾ ਉਹ ਰੱਬ ਆਪ ਹੀ ਹੈ। ਤੇ ਦੂਜੀ ਗੱਲ, ਜੋ ਬ੍ਰਹਮ ਨੂੰ ਜਾਣ ਲੈਂਦਾ ਉਹ ਰੱਬ ਵਰਗਾ ਹੀ ਹੋ ਜਾਂਦਾ ਹੈ, ਰੱਬ ਦੇ ਅੰਦਰ ਹੀ ਸਮਾ ਜਾਂਦਾ ਹੈ। ਜਿਨ ਜਾਤਾ ਸੋ ਤਿਸ ਹੀ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਇਹ ਸਾਡੀ ਜ਼ਿੰਦਗੀ ਦਾ ਦੁਖਾਂਤ ਹੈ ਕਿ ਕੁਝ ਖਾਸ ਕਿਸਮ ਦੇ ਲੋਕਾਂ ਨੇ ਇਹ ਸ਼ਬਦ ਦੀ ਦੁਰਵਰਤੋਂ ਕੀਤੀ ਹੈ ਪਹਿਨਾਵਾ ਪਹਿਨ ਕੇ, ਚਾਹੇ ਉਹ ਕਿਸੇ ਵੀ ਧਰਮ ਵਰਗ ਵਿੱਚ ਨੇ। ਪਹਿਨਾਵਾ ਪਹਿਨ ਕੇ ਤੇ ਲੋਕਾਂ ਦਾ ਇਮੋਸ਼ਨਲ ਬਲੈਕਮੇਲ ਕੀਤਾ ਗਿਆ ਹੈ। ਇਸ ਲਈ ਉਹਨਾਂ ਨੂੰ ਵੀ ਇਹ ਚੀਜ਼ ਤੋਂ ਸੁਚੇਤ ਹੋਣਾ ਚਾਹੀਦਾ ਹੈ ਜੋ ਬਲੈਕਮੇਲ ਕਰ ਰਹੇ ਨੇ, ਤੇ ਸਾਨੂੰ ਵੀ ਸੁਚੇਤ ਹੋਣਾ ਚਾਹੀਦਾ ਅਸੀਂ ਬਲੈਕਮੇਲ ਹੋ ਰਹੇ ਹਾਂ। ਡਾਇਰੈਕਟ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ। ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਸਾਨੂੰ ਆਪ ਪੜ੍ਹਨੀ ਚਾਹੀਦੀ ਹੈ, ਔਰ ਗੁਰਬਾਣੀ ਤੇ ਅਮਲ ਕਰਕੇ ਸਾਨੂੰ ਗੁਰੂ ਦੀ ਕਿਰਪਾ ਦੇ ਪਾਤਰ ਬਣਨਾ ਚਾਹੀਦਾ ਹੈ। ਔਰ ਦੇਖੋ, ਇਹ ਪੂਰੀ ਹੁਣ ਤੱਕ ਦੀ ਸਾਰੀ ਅਸ਼ਟਪਦੀ ਵਿੱਚ ਕਿਤੇ ਸਾਨੂੰ ਇਹ ਨਹੀਂ ਕਿਹਾ ਗਿਆ ਕਿ ਤੁਸੀਂ ਘਰ-ਬਾਰ ਛੱਡ ਕੇ ਜਾਣਾ ਹੈ। ਵੀ ਜਿਹੜਾ ਬ੍ਰਾਹਮਣ ਨੂੰ ਜਾਣਨ ਵਾਲਾ ਹੈ ਉਹ ਘਰ-ਬਾਰ ਛੱਡ ਜਾਂਦਾ ਹੈ, ਜਾਂ ਉਹ ਵੱਡੀਆਂ ਸਮਾਧੀਆਂ ਲਾਉਂਦਾ ਹੈ, ਜਾਂ ਉਹ ਮਾਲਾ ਫੇਰਦਾ ਹੈ। ਇੱਕ ਵੀ ਗੱਲ ਕਹੀ ਹੈ? ਨਹੀਂ ਕਹੀ ਨਾ। ਉਹ ਗੁਣ ਦੱਸੇ ਨੇ ਜਿਹੜੇ ਗੁਣ ਆਮ ਇਨਸਾਨ ਆਮ ਜ਼ਿੰਦਗੀ ਦੇ ਅੰਦਰ ਅਪਣਾ ਸਕਦਾ ਹੈ। ਤਾਂ ਜਦੋਂ ਕੋਈ ਆਮ ਬੰਦਾ ਵੀ ਇਹਨਾਂ ਗੁਣਾਂ ਦਾ ਧਾਰਨੀ ਹੋਏਗਾ ਤਾਂ ਉਹ ਆਟੋਮੈਟਿਕਲੀ ਖਾਸ ਹੋ ਜਾਏਗਾ। ਸੁਰਤ ਕਰਕੇ, ਕਰਮਾਂ ਕਰਕੇ, ਵਿਹਾਰ ਕਰਕੇ ਉਹ ਉੱਚਾ ਹੋ ਜਾਏਗਾ। ਉਹਦਾ ਮਾਣ ਆਦਰ ਸਤਿਕਾਰ ਹੋਏਗਾ। ਉਹਨੂੰ ਸੁੱਖ, ਸ਼ਾਂਤੀ, ਆਨੰਦ, ਖੇੜਾ ਔਰ ਪ੍ਰਸੰਨਤਾ ਮਿਲੇਗੀ। ਇਸ ਲਈ ਸਾਨੂੰ ਸਾਰਿਆਂ ਨੂੰ ਯਤਨ ਕਰਨਾ ਚਾਹੀਦਾ ਹੈ, ਜੋ ਵੀ ਅਸੀਂ ਕਲਾਸ ਵਿੱਚ ਵੀਰ ਭੈਣਾਂ ਸਰਵਣ ਕਰ ਰਹੇ ਹਾਂ, ਕਿ ਆਪਣੀ ਸੋਚ ਨੂੰ ਡਿਵੈਲਪ ਕਰੀਏ। ਆਪਣੇ ਜੋ ਨੈਗੇਟਿਵਿਟੀਜ਼ ਨੇ ਉਹਨਾਂ ਨੂੰ ਖਤਮ ਕਰਕੇ ਪੋਜ਼ਿਟਿਵ ਸੋਚੀਏ, ਸਕਾਰਾਤਮਕ ਹੋਈਏ, ਗੁਰਬਾਣੀ ਨੂੰ ਆਪ ਪੜ੍ਹੀਏ, ਸੁਣੀਏ, ਸਮਝੀਏ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਇਸ ਜੀਵਨ ਦਾ ਲਾਹਾ ਲੈਈਏ। ਮੈਂ ਇੰਨਾ ਕੁਛ ਕਹਿੰਦਾ ਖਿਮਾ ਦਾ ਜਾਚਕ ਹਾਂ। ਅੱਜ ਦੀ ਜੋ ਵਿਚਾਰ ਹੋਈ ਹੈ, ਇਸ ਵਿਚਾਰ ਵਿੱਚ ਜੇ ਕੋਈ ਵੀਰ ਭੈਣ ਸਵਾਲ ਪੁੱਛਣਾ ਚਾਹੇ ਤਾਂ ਉਹ ਪੁੱਛ ਸਕਦਾ ਹੈ, ਔਰ ਜੇ ਕੋਈ ਆਪਣੇ ਵਿਚਾਰ ਦੇਣੇ ਚਾਹੇ, ਵਿਊਜ਼ ਦੇਣੇ ਚਾਹੇ ਤਾਂ ਉਹ ਦੇ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਗਿਆਨੀ ਜੀ, ਬਹੁਤ ਬਹੁਤ। ਤੇ ਸਾਰੀਆਂ ਸੰਗਤਾਂ ਨੇ ਅੱਜ ਸੁਣ ਹੀ ਲਿਆ ਜੀ ਸਾਰੀ ਕਥਾ। ਤੇ ਉਹਦੇ ਵਿੱਚੋਂ ਜੇ ਕਿਸੇ ਨੇ ਵੀ ਕੋਈ ਸਵਾਲ ਕਰਨਾ ਹੋਵੇ, ਹਮੇਸ਼ਾ ਦੀ ਤਰ੍ਹਾਂ ਜਿੱਦਾਂ ਅਸੀਂ ਕਹਿੰਦੇ ਹਾਂ, ਕੋਈ ਸਵਾਲ ਕਰਨਾ ਹੋਵੇ ਜਾਂ ਆਪਣੀ ਕੋਈ ਰਾਏ ਦੇਣੀ ਹੋਵੇ, ਕੋਈ ਆਪਣਾ ਮਸ਼ਵਰਾ ਦੇਣਾ ਹੋਵੇ, ਉਹ ਤੁਸੀਂ ਦੇ ਸਕਦੇ ਹੋ। ਤੇ ਉਹਦੇ ਵਾਸਤੇ ਤੁਸੀਂ ਅਨਮਿਊਟ ਹੋ ਜਾਓ ਤੇ ਫਿਰ ਤੁਹਾਡੇ ਨਾਲ ਗੱਲ ਕਰ ਲੈਣੇ ਜੀ। ਤੇ ਸਾਡੇ ਨਾਲ ਜਸਵਿੰਦਰ ਸਿੰਘ ਵੀ ਜੁੜੇ ਆ ਜੀ, ਉਹ ਵੀ ਚੱਲੇ ਮੈਨੂੰ ਲੱਗਦਾ ਕੰਮ ਤੇ। ਵੈਲਕਮ ਜੀ। ਤੇ ਸਵਿੰਦਰ ਕੌਰ ਜੀ, ਤੁਸੀਂ ਅਨਮਿਊਟ ਹੋਏ ਆ, ਸ਼ਾਇਦ ਕੁਝ ਪੁੱਛਣਾ। ਹਾਂਜੀ ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ। ਫਤਿਹ ਮੇਰੀ ਭੈਣ। ਹਾਂਜੀ ਗਿਆਨੀ ਜੀ, ਮੈਨੂੰ ਇਹਦਾ ਮਤਲਬ ਦੁਬਾਰਾ ਦੱਸੋਗੇ? ਆਪੇ ਪੰਜ ਤਤ ਵਿਸਥਾਰਾ ਵਿੱਚ ਧਾਤ ਪੰਜ ਆਪ ਪਾਵੇ। ਹਾਂ, ਇੱਕ ਮਿੰਟ ਭੈਣ, ਮੈਂ ਦੱਸਦਾ ਵਾਂ। ਮੈਂ ਸ਼ਬਦ ਕੱਢ ਲਵਾਂ ਜਰਾ। ਇੱਕ ਮਿੰਟ।
ਇਹ ਮੇਰੇ ਖਿਆਲ ਚ ਸ਼ਬਦ ਵਿੱਚ ਨਾ ਹਰ ਜਨ ਰਾਮ ਨਾਮ ਗੁਣ ਗਾਵੇ। ਹਾਂਜੀ ਹਾਂਜੀ, ਉਹਦੇ ਵਿੱਚ ਆਉਂਦਾ। ਹਾਂਜੀ ਭੈਣ, ਹਰ ਆਪੇ ਪੰਚ ਤਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੇ। ਹਾਂਜੀ ਪੰਜ ਤੱਤ ਨੇ, ਜਲ ਲਿਖ ਲਓ ਤੁਸੀਂ, ਹਾਂਜੀ ਅਗਨੀ, ਜੀ ਪ੍ਰਿਥਵੀ, ਜੀ वायु जी। और आकाश। अच्छा जी। यानी पानी, अग, मिट्टी, हवा और आकाश। ठीक है जी। जी। ਤੇ ਇਹਨਾਂ ਦੇ ਵਿੱਚ ਪੰਜ ਧਾਤੂ ਜਿਹੜੇ ਇਹਨਾਂ ਦੇ ਨਾ ਗੁਣ ਨੇ, ਉਹ ਜਲ ਦੇ ਵਿੱਚ जी ਹੈਗਾ ਰਸ। ਜਲ ਦੇ ਵਿੱਚ ਰਸ जी ਲਿਖੋ। हाँ जी ਜਲ ਦੇ ਵਿੱਚ ਰਸ, जी ਅਗਨੀ ਦੇ ਵਿੱਚ ਰੂਪ, हाँ जी ਪ੍ਰਿਥਵੀ ਦੇ ਵਿੱਚ ਗੰਧ। गंध ਗੰਧ ਗੰਧ ਖੁਸ਼ਬੂ गंध ਜਿਹਨੂੰ ਕਹਿੰਦੇ ਆ। हाँ जी, गंध ਦਾ ਮਤਲਬ ਕੀ ਜੀ? ਗੰਧ ਦਾ ਮਤਲਬ ਹੁੰਦਾ ਬੋ। अच्छा जी। ਖੁਸ਼ਬੂ ਦੇ ਦੋ ਰੂਪ ਨੇ, ਬਦਬੋ ਔਰ ਖੁਸ਼ਬੂ। हाँ जी ਗੰਧ ਦੇ ਦੋ ਰੂਪ ਨੇ, ਦੁਰਗੰਧ ਔਰ ਸੁਗੰਧ। हाँ जी ਤੇ ਵਾਯੂ ਦੇ ਵਿੱਚ ਹੈਗਾ ਸਪਰਸ਼, हाँ जी ਔਰ ਆਕਾਸ਼ ਦੇ ਵਿੱਚ ਸ਼ਬਦ। शब्द। हाँ जी ਇਹ ਪੰਜ ਤੱਤਾਂ ਦੇ ਪੰਜ ਗੁਣ ਮੰਨੇ ਗਏ ਨੇ। हाँ जी ਜਲ ਦਾ ਗੁਣ ਹੈ ਰਸ, ਅੱਗ ਦਾ ਗੁਣ ਹੈ ਰੂਪ, ਪ੍ਰਿਥਵੀ ਦਾ ਗੁਣ ਗੰਧ, ਵਾਯੂ ਦਾ ਸਪਰਸ਼ ਔਰ ਆਕਾਸ਼ ਦੇ ਵਿੱਚ ਸ਼ਬਦ। हाँ जी। स्पर्श ਦਾ ਮਤਲਬ ਕੀ ਹੈ ਜੀ? ਪੰਜ ਦਾ ਮਤਲਬ ਪੰਜ। ਵਾਯੂ ਦਾ ਮਤਲਬ, ਸਪਰਸ਼ ਦਾ ਮਤਲਬ ਕੀ ਹੋਇਆ? ਸਪਰਸ਼ ਦਾ ਮਤਲਬ ਟੱਚ ਕਰਨਾ ਹੁੰਦਾ ਹੈ। ਅੱਛਾ ਜੀ। ਜਿਵੇਂ ਮੈਂ ਇਹ ਹੱਥ ਨੂੰ ਦੇਖੋ, ਇਹ ਮੈਂ ਆਪਣੇ ਨੂੰ ਟੱਚ ਕਰ ਰਿਹਾ ਨਾ, ਫੋਨ ਨੂੰ ਟੱਚ ਕਰ ਰਿਹਾ ਵਾਂ, ਹਾਂਜੀ ਇਹਨੂੰ ਸਪਰਸ਼ ਕਹਿੰਦੇ ਨੇ। ਅੱਛਾ ਜੀ। ਤੇ ਸ਼ਬਦ ਦਾ ਮਤਲਬ ਜੋ ਅਸੀਂ ਬੋਲ ਰਹੇ ਹਾਂ, ਹਾਂਜੀ ਤੇ ਰੂਪ ਦਾ ਮਤਲਬ ਤੁਸੀਂ ਸਮਝ ਗਏ, ਤੇ ਗੰਧ ਦਾ ਮਤਲਬ ਜਿਹਨੂੰ ਅਸੀਂ ਕਹਿੰਦੇ ਨਾ ਕਿ ਬੜੀ ਬੋ ਆ ਰਹੀ ਹੈ। ਹਾਂਜੀ ਸ਼ਬਦ ਹੁੰਦਾ ਬੋ, ਹਾਂਜੀ ਪਰ ਇਹਦੇ ਰੂਪ ਦੋ ਨੇ, ਇੱਕ ਬਦਬੂ ਔਰ ਇੱਕ ਖੁਸ਼ਬੂ। ਖੁਸ਼ਬੂ ਦਾ ਮਤਲਬ ਚੰਗੀ ਖੁਸ਼ਬੂ, ਹਾਂਜੀ ਤੇ ਬਦਬੂ ਦਾ ਮਤਲਬ ਮਾੜੀ ਬੂ। ਹਾਂਜੀ ਤੇ ਗੰਧ ਹਿੰਦੀ ਦਾ ਸ਼ਬਦ ਹੈ। ਗੰਧ ਦੇ ਦੋ ਰੂਪ ਨੇ, ਸੁਗੰਧ ਔਰ ਦੁਰਗੰਧ। ਦੁਰਗੰਧ ਦਾ ਮਤਲਬ ਭੈੜੀ ਬਦਬੂ, ਬੂ, ਔਰ ਖੁਸ਼ਬੂ ਦਾ ਮਤਲਬ, ਸੁਗੰਧ ਦਾ ਮਤਲਬ ਚੰਗੀ। ਹਾਂਜੀ ਹਾਂਜੀ, ਠੀਕ ਹੈ ਭੈਣ, ਆ ਗਈ ਸਮਝ? ਆਪੇ ਪੰਚ ਤਤ ਵਿਸਥਾਰਾ, ਵਿੱਚ ਧਾਤ ਪੰਚ ਆਪ ਪਾਵੇ। ਇਹਦਾ ਮਤਲਬ ਵੀ ਰੱਬ ਨੇ ਆਪਣੇ ਆਪ ਤੋਂ ਹੀ ਇਹਨਾਂ ਪੰਜਾਂ ਤੱਤਾਂ ਦਾ ਵਿਸਥਾਰ ਕੀਤਾ ਹੈ। ਜੀ ਯਾਨੀ ਆ ਜਿਹੜੇ ਧਰਤੀ ਆਕਾਸ਼ ਬਣੇ ਨੇ, ਆਪ ਹੀ ਬਣ ਗਏ, ਹਾਂਜੀ ਤੇ ਆਪ ਹੀ ਇਹਨਾਂ ਦੇ ਵਿੱਚ ਰਸ ਰੂਪ ਬਣਿਆ ਹੋਇਆ, ਗੁਣ ਵੀ ਆਪ ਹੀ। ਹਾਂਜੀ ਯਾਨੀ ਉਸ ਰੱਬ ਦੇ ਹੁਕਮ ਦੇ ਅੰਦਰ ਹੀ ਇਹ ਪੰਜ ਤੱਤ ਬਣੇ ਨੇ, ਹਾਂਜੀ। ਔਰ ਇਹਨਾਂ ਪੰਜਾਂ ਤੱਤਾਂ ਦੇ ਵਿੱਚ ਜਿਹੜੇ ਪੰਜ ਗੁਣ ਨੇ, ਉਹ ਵੀ ਉਹਦੇ ਹੁਕਮ ਦੇ ਵਿੱਚ ਹੀ। ਪੰਜ ਧਾਤ ਵਿੱਚ ਪਾਵੇ। ਹਾਂ, ਪੰਜ ਧਾਤ ਦਾ ਮਤਲਬ ਗੁਣ। ਅੱਛਾ ਜੀ। ਆਪੇ ਪੰਜ ਤੱਤ ਵਿਸਥਾਰਾ। ਤੱਤ ਦਾ ਮਤਲਬ ਜਿਹੜੇ ਆ ਪੰਜ ਤੱਤ ਨਹੀਂ ਕੋਣ ਲਿਖਵਾਏ, ਧਰਤੀ ਆਕਾਸ਼ ਵਗੈਰਾ। ਹਾਂਜੀ। ਤੇ ਜਿਹੜੀ ਧਾਤ ਤੇ ਧਾਤ ਦਾ ਮਤਲਬ ਗੁਣ। ਅੱਛਾ ਜੀ। ਵੀ ਜਿਹੜੇ ਆ ਸਪਰਸ਼, ਰੂਪ, ਗੰਧ, ਇਹ ਧਾਤ ਨੇ, ਇਹ ਰੱਬ ਨੇ ਆਪ ਪਾਈ ਵਿੱਚ। ਅੱਛਾ ਜੀ। ਹਾਂਜੀ, ਠੀਕ ਹੈ, ਥੈਂਕ ਯੂ ਜੀ। ਸਮਝ ਆ ਗਈ ਭੈਣ? ਹਾਂਜੀ ਠੀਕ ਹੈ ਜੀ। ਤੇ ਦੁਬਾਰਾ ਪੁੱਛ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈ। ਜਦੋਂ ਤੱਕ ਸਮਝ ਨਹੀਂ ਆਉਂਦੀ ਪੁੱਛ ਸਕਦੇ ਦੁਬਾਰਾ। ਹਾਂਜੀ ਹਾਂਜੀ, ਨਹੀਂ ਸਮਝ ਆ ਗਈ ਜੀ। ਠੀਕ ਹੈ ਜੀ, ਥੈਂਕ ਯੂ ਜੀ। ਧੰਨਵਾਦ ਜੀ ਸੁਰਿੰਦਰ ਕੌਰ ਜੀ, ਧੰਨਵਾਦ, ਤੇ ਗਿਆਨੀ ਜੀ ਦਾ ਵੀ ਧੰਨਵਾਦ ਜੀ। ਤੇ ਹੋਰ ਤਾਂ ਕੋਈ ਅਨਮਿਊਟ ਨਹੀਂ ਜੀ ਹੋਇਆ ਤਾਂ ਇਹ ਕਿਸੇ ਨੇ? ਹਾਂਜੀ ਗਗਨਦੀਪ ਭਾਈ, ਹਾਂਜੀ ਭਾਈ ਗਗਨਦੀਪ ਸਿੰਘ ਜੀ। ਹਾਂਜੀ ਜੀ, ਵਾਹਿ ਖਾਲਸਾ ਜੀ, ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਈ ਸਾਹਿਬ ਜੀ, ਮੈਂ ਉੱਦਾਂ ਅਰਥ ਪੜ੍ਹੇ ਆ ਇਹਦੇ, ਤਾਂ ਮੈਂ ਤੁਹਾਡੇ ਤੋਂ ਹੀ ਸੁਣਨਾ ਚਾਹੁੰਦਾ ਕਿ ਸਹੀ ਵੀ ਪੜ੍ਹੇ ਆ ਮੈਂ ਜਾਂ ਨਹੀਂ। ਇੱਕ ਪੰਕਤੀ ਆਉਂਦੀ ਆ, ਅਰਬਦ ਨਰਬਦ ਧੰਦੂਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ। ਹਾਂਜੀ, ਇਹਦੇ ਮਾੜੇ ਮੈਨੂੰ ਅਰਥ ਦੱਸ ਦਿਓ। ਜਿਵੇਂ ਅਰਬਦ ਨਰਬਦ ਦਾ ਉਹਨਾਂ ਨੇ ਭਾਵ ਲਿਖਿਆ ਸੀ ਅਰਬਾਂ ਸਾਲ ਪਹਿਲਾਂ। ਨਰਬਦ ਦਾ ਭਾਵ ਵੀ ਜਿਹੜਾ ਗਿਣਿਆ ਨਾ ਜਾ ਸਕੇ। ਇਹ ਸਹੀ ਆ? ਇਹ ਤੁਸੀਂ ਕਿੱਥੋਂ ਪੜ੍ਹੇ ਨੇ? ਇਹ ਮੈਂ
ਪੰਕਤੀ ਕਿਸੇ ਨੇ ਸਟੇਟਸ ਪਾਇਆ ਸੀ, ਉਹ ਮੈਂ ਉੱਥੇ ਪੜ੍ਹੇ, ਫਿਰ ਮੈਂ ਕੱਢ ਕੇ ਵੀ ਦੇਖਿਆ, 2 ਮਿੰਟ ਮੈਂ ਦੇਖ ਲੈਂਦਾ। ਅਰਬਦ ਨਰਬਦ ਧੁੰਦੂਕਾਰਾ, 1 ਮਿੰਟ ਤਰਨ ਨਾ ਗਗਨਾ। ਹਾਂਜੀ, ਅਰਬਦ ਦਾ ਮਤਲਬ ਹੈਗਾ 10 ਕਰੋੜ ਸਾਲ। ਹਾਂਜੀ। ਨਰਬਦ ਦਾ ਮਤਲਬ ਨਾ ਅਰਬਦ, ਜਿਸ ਵਾਸਤੇ ਲਫ਼ਜ਼ ਅਰਬਦ ਵੀ ਨਾ ਵਰਤਿਆ ਜਾ ਸਕੇ, ਯਾਨੀ ਗਿਣਤੀ ਤੋਂ ਪਰੇ। ਹਾਂਜੀ। ਅਰਬਦ ਸ਼ਬਦ ਜਿਵੇਂ ਮਿਲੀਅਨ ਟ੍ਰਿਲੀਅਨ ਨਹੀਂ ਹੁੰਦਾ, ਐਵੇਂ ਅਰਬਦ ਕਹਿੰਦੇ ਨੇ 10 ਕਰੋੜ ਸਾਲ ਦਾ 1 ਅਰਬਦ ਹੁੰਦਾ ਹੈ। ਅੱਛਾ ਜੀ। ਤੇ ਨਰਬਦ ਦਾ ਮਤਲਬ ਵੀ ਨਾ ਅਰਬਦ, ਯਾਨੀ ਜਿੱਥੇ ਅਰਬਦਾਂ ਦੀ ਗਿਣਤੀ ਵੀ ਨਾ ਕੀਤੀ ਜਾ ਸਕੇ, ਯਾਨੀ ਅਣਗਿਣਤ ਸਮਾਂ। ਧੁੰਦੂਕਾਰਾ ਦਾ ਮਤਲਬ ਘੁੱਪ ਹਨੇਰਾ। ਹਾਂਜੀ। ਘੁੱਪ ਹਨੇਰੇ ਵਿੱਚ ਪਤਾ ਨਹੀਂ ਲੱਗ ਸਕਦਾ ਕਿ ਇੱਥੇ ਕੀ ਪਿਆ ਹੈ, ਉਹ ਹਾਲਾਤ ਜਿਸ ਬਾਰੇ ਕੁਝ ਨਹੀਂ ਬਿਆਨ ਕੀਤਾ ਜਾ ਸਕਦਾ। ਅਸੀਂ ਕਈ ਵਾਰੀ ਕਹਿੰਦੇ ਆ ਵੀ ਅਰਬਦ ਨਰਬਦ ਬਹੁਤ ਸਮਾਂ ਨਾ ਧੁੰਦੂਕਾਰ ਰਿਹਾ, ਵੀ ਧੁੰਦ ਹੀ ਧੁੰਦ ਸੀ। ਹਾਂਜੀ। ਉਹਦਾ ਮੀਨਿੰਗ ਇਹ ਨਹੀਂ ਹੈ। ਧੁੰਦੂਕਾਰਾ ਦਾ ਮਤਲਬ ਵੀ ਇੱਕ ਐਸੀ ਸਟੇਜ ਜਿਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ। ਜਿਵੇਂ ਜੇ ਤੁਸੀਂ ਬਿਗ ਬੈਂਗ ਥਿਊਰੀ ਪੜ੍ਹੀ ਹੋਵੇ, ਤਾਂ ਬਿਗ ਬੈਂਗ ਥਿਊਰੀ ਤੋਂ ਪਹਿਲਾਂ ਕੀ ਸੀ, ਜਦੋਂ ਬਿਗ ਬੈਂਗ ਨਹੀਂ ਸੀ ਹੋਇਆ, ਉਸ ਤੋਂ ਪਹਿਲਾਂ ਕੀ ਸੀ, ਉਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ, ਅੰਦਾਜ਼ੇ ਲਗਾਏ ਜਾ ਸਕਦੇ ਨੇ। ਹਾਂਜੀ। ਹਾਂਜੀ, ਉਹਦਾ ਮਤਲਬ ਹੈਗਾ ਅਰਬਦ ਨਰਬਦ ਦਾ ਮਤਲਬ ਬਹੁਤ ਸਮਾਂ। ਤੇ ਅਗਲੀ ਪੰਕਤੀ ਹੈ ਜਿਵੇਂ ਧਰਨ ਨਾ ਗਗਨਾ ਹੁਕਮ ਅਪਾਰਾ, ਵੀ ਨਾ ਧਰਤੀ ਸੀ ਨਾ ਆਕਾਸ਼ ਸੀ, ਪਰ ਹੁਕਮ ਚੱਲ ਰਿਹਾ ਸੀ। ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁਨ ਸਮਾਦ ਲਗਾਏਂਦਾ, ਵੀ ਨਾ ਦਿਨ ਸੀ ਨਾ ਰਾਤ ਸੀ। ਸੁਨ ਸਮਾਦ ਦਾ ਮਤਲਬ ਕਿ ਜਿਹੜਾ ਸੰਸਾਰ ਦਾ ਰਚਨਹਾਰ ਹੈ, ਉਹ ਆਪਣੇ ਆਪ ਦੇ ਅੰਦਰ ਹੀ ਸਮਾਇਆ ਹੋਇਆ ਸੀ। ਠੀਕ ਹੈ ਜੀ, ਧੰਨਵਾਦ। ਜਿਹਨੂੰ ਸਾਇੰਸ ਕਹਿੰਦੀ ਹੈ ਕਿ ਬਿਗ ਬੈਂਗ ਤੋਂ ਪਹਿਲਾਂ ਸਾਰੀ એનર્ਜੀ ਇੱਕ ਜਗ੍ਹਾ ਤੇ ਇਕੱਤਰ ਸੀ, ਯਾਨੀ ਆਪਣੇ ਆਪ ਦੇ ਅੰਦਰ ਸਮਾਇਆ ਹੋਇਆ ਸੀ। ਉਦੋਂ ਨਾ ਦਿਨ ਸੀ ਨਾ ਰਾਤ ਸੀ, ਨਾ ਚੰਦ ਸੀ ਨਾ ਸੂਰਜ ਸੀ, ਨਾ ਕੋਈ ਮੌਸਮ ਸੀ, ਨਾ ਕੁਝ ਸੀ, ਕੇਵਲ ਰੱਬ ਹੀ ਰੱਬ ਸੀ, ਭਾਵ એનર્ਜੀ ਹੀ એનર્ਜੀ ਸੀ। ਤੇ ਉਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ, ਕੁਝ ਵੀ ਨਹੀਂ ਕਿਹਾ ਜਾ ਸਕਦਾ। ਉਹ ਇਹਦਾ ਮੀਨਿੰਗ ਕੀ ਹੈਗਾ? ਹਾਂਜੀ, ਧੰਨਵਾਦ ਜੀ। ਠੀਕ ਹੈ ਜੀ, ਧੰਨਵਾਦ ਜੀ। ਸੁਰਿੰਦਰ ਕੌਰ ਜੀ, ਤੁਸੀਂ ਪਹਿਲਾਂ ਹੀ ਅਨਮਿਊਟ ਸੀਗੇ ਜਾਂ ਹੁਣ ਮੁੜ ਕੇ ਫੇਰ ਹੋਏ ਆ ਜੀ? ਪਹਿਲਾਂ ਹੀ ਅਨਮਿਊਟ ਸੀ ਜੀ, ਪਹਿਲਾਂ ਹੀ। ਅੱਛਾ, ਠੀਕ ਹੈ ਜੀ। ਮੈਂ ਸ਼ਾਇਦ ਕੁਝ ਹੋਰ ਪੁੱਛਣਾ ਸੀ, ਕੋਈ ਗੱਲ ਨਹੀਂ ਜੀ, ਥੈਂਕ ਯੂ। ਤੇ ਭਾਈ ਸਾਹਿਬ ਦਾ ਵੀ, ਗਗਨਦੀਪ ਦਾ ਵੀ ਬਹੁਤ ਧੰਨਵਾਦ, ਉਹਨਾਂ ਨੇ ਕੁਐਸਚਨ ਪੁੱਛੇ, ਤੇ ਗਿਆਨੀ ਜੀ ਦਾ ਵੀ ਧੰਨਵਾਦ। ਹੋਰ ਕੋਈ ਅਨਮਿਊਟ ਨਹੀਂ ਹੈਗਾ ਜੀ, ਇਸ ਕਰਕੇ 1 ਮਿੰਟ ਜੀ, ਨਹੀਂ, ਹੋਰ ਕੋਈ ਅਨਮਿਊਟ ਨਹੀਂ ਹੈਗਾ ਜੀ। ਆਪਾਂ ਇੱਥੇ ਸਮਾਪਤੀ ਕਰਦੇ ਹਾਂ, ਕੱਲ ਨੂੰ ਫੇਰ ਮੁੜ ਕੇ ਆਵਾਂਗੇ ਜੀ 1 ਵਜੇ ਇੱਥੇ ਇੰਗਲੈਂਡ ਦੇ ਟਾਈਮ ਦੇ ਮੁਤਾਬਕ। ਤੋ ਉਸ ਟਾਈਮ ਤੱਕ ਆਪਾਂ ਛੁੱਟੀਆਂ ਲਈਏ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ।